ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ RYY ਚੈਨਲ 'ਤੇ ਸਵਾਗਤ ਹੈ। ਤੁਸੀਂ ਇਸ ਚੈਨਲ 'ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਹਾਸਲ ਕਰ ਪਾਓਗੇ। ਸਾਡਾ ਅੱਜ ਦਾ ਵਿਸ਼ਾ ਬੱਚਿਓ ਸੋਸਿਓਰ ਦਾ ਭਾਸ਼ਾਈ ਮਾਡਲ ਹੈ। ਅਕਸਰ ਨਾ ਆਪਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਨਾ ਇਹ ਵਾਲਾ ਜਿਹੜਾ ਸੋਸਿਓਰ ਦਾ ਜਿਹੜਾ ਟੌਪਿਕ ਆ, ਜੋ ਇਹਦੇ ਵਿੱਚ ਤੇ ਦਿੱਤੇ ਹੋਏ ਸੰਕਲਪ ਆ, ਸਿਧਾਂਤ, ਚਿੰਨ੍ਹ ਵਿਗਿਆਨ ਆ, ਇਹ ਬੱਚਿਆਂ ਨੂੰ ਬੜਾ ਹੀ ਸਮਝਣ 'ਚ ਔਖਾ ਲੱਗਦਾ ਆ। ਬੱਚੋ ਅੱਜ ਆਪਾਂ ਬੜੇ ਹੀ ਆਸਾਨ ਤਰੀਕੇ ਨਾਲ ਇਹ ਟੌਪਿਕ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਬੱਚੋ ਆਪਾਂ ਦੇਰੀ ਨਾ ਕਰਦੇ ਹੋਏ ਟੌਪਿਕ ਸਟਾਰਟ ਕਰਦੇ ਹਾਂ। ਸੋਸਿਓਰ ਅਤੇ ਆਧੁਨਿਕ ਭਾਸ਼ਾ ਵਿਗਿਆਨ। ਬੱਚੇ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ। ਜਿੱਥੇ ਪਹਿਲਾਂ ਲਿਖਿਆ ਸੀ ਸੋਸਿਓਰ ਦਾ ਭਾਸ਼ਾਈ ਮਾਡਲ, ਹੁਣ ਲਿਖਿਆ ਸੋਸਿਓਰ ਅਤੇ ਆਧੁਨਿਕ ਭਾਸ਼ਾ ਵਿਗਿਆਨ। ਦੋਵੇਂ ਹੈਡਿੰਗ ਵਿੱਚ ਤੁਸੀਂ ਬਿਲਕੁਲ ਨਹੀਂ ਕਨਫਿਊਜ਼ ਹੋਣਾ, ਕਿਉਂਕਿ ਆਪਾਂ ਸ਼ੁਰੂ ਤੋਂ ਸਟਾਰਟ ਕਰਨਾ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਪੂਰਾ ਕੰਸੈਪਟ ਸੰਕਲਪ ਸਮਝ ਆ ਜਾਵੇ। ਜਿਹੜਾ ਸੋਸਿਓਰ ਨੇ ਦਿੱਤਾ ਸਿਧਾਂਤ, ਤੁਹਾਨੂੰ ਚੰਗੀ ਤਰ੍ਹਾਂ ਤੁਸੀਂ ਤੋਂ ਜਾਣੂ ਹੋ ਸਕੋ, ਇਸ ਲਈ ਸਾਨੂੰ ਇਹ ਸਟਾਰਟਿੰਗ ਤੋਂ ਸਟਾਰਟ ਕਰਨਾ ਪਵੇਗਾ। ਬੱਚੇ ਦੇਖੋ, ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਮੰਨਿਆ ਜਾਂਦਾ ਹੈ। ਕਈ ਬੱਚੇ ਮੋਢੀ ਦੇ ਸ਼ਬਦ ਦਾ ਅਰਥ ਜਾਣਦੇ ਹੋਣਗੇ, ਕਈ ਨਹੀਂ ਜਾਣਦੇ। ਚਲੋ ਮੈਂ ਤੁਹਾਡਾ ਇਹ ਵੀ ਕਨਫਿਊਜ਼ਨ ਦੂਰ ਕਰ ਦਿੰਦੀ ਹਾਂ ਕਿ ਮੋਢੀ ਦਾ ਅਰਥ ਕੀ ਹੁੰਦਾ ਆ। ਜਿਹੜੇ ਬੱਚੇ ਨਹੀਂ ਜਾਣਦੇ ਉਹਨਾਂ ਲਈ ਬਹੁਤ ਹੀ ਸਹਾਇਕ ਹੋ ਰਹੂਗਾ ਇਹ ਅਰਥ ਜਾਣਨਾ। ਬੱਚੇ ਮੋਢੀ ਦਾ ਅਰਥ ਹੁੰਦਾ ਆ ਕਿ ਜਿਸ ਨੇ ਕੋਈ ਜਿਵੇਂ ਕੰਮ ਸਟਾਰਟ ਕੀਤਾ ਹੋਵੇ, ਜਿਹੜਾ ਪਹਿਲਾ ਵਿਅਕਤੀ ਹੁੰਦਾ ਜਿਸ ਨੇ ਉਸ ਨੂੰ ਕੰਮ ਦੀ ਸਟਾਰਟਿੰਗ ਦਿੱਤਾ ਹੋਵੇ, ਪਹਿਲਾ ਰੂਪ ਦਿੱਤਾ ਹੋਵੇ, ਜਿਹਨੇ ਨੀਂਹ ਰੱਖੀ ਹੋਵੇ, ਉਹਨੂੰ ਮੋਢੀ ਕਿਹਾ ਜਾਂਦਾ ਆ। ਬੱਚੋ ਮੋਢੀ ਸ਼ਬਦ ਤੋਂ ਹੀ ਤੁਹਾਡੀ ਪਹਿਲੀ ਲਾਈਨ ਦਾ ਪੂਰਾ ਅਰਥ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਿਵੇਂ ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਮੰਨਿਆ ਜਾਂਦਾ ਹੈ। ਕਿਉਂਕਿ ਜਿਹੜਾ ਸੋਸਿਓਰ ਸੀ ਉਸਨੇ ਪੁਰਾਣੇ ਭਾਸ਼ਾ ਵਿਗਿਆਨੀਆਂ ਤੋਂ ਹਟ ਕੇ ਉਹਨੇ ਨਵਾਂ ਭਾਸ਼ਾ ਵਿਗਿਆਨ ਰੂਪ ਦਿੱਤਾ, ਜਿਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਸੋਸਿਓਰ ਤੋਂ ਪਹਿਲਾਂ ਵੀ ਕਈ ਭਾਸ਼ਾ ਵਿਗਿਆਨੀ ਸਨ, ਪਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਖੇਤਰ ਸੀ ਉਹ ਸੀ ਇਤਿਹਾਸਕ ਅਤੇ ਤੁਲਨਾਤਮਕ ਅਧਿਐਨ ਪ੍ਰਤੀ ਵਧੇਰੇ ਰੁਚਿਤ ਹੋਣਾ। ਕਿਉਂਕਿ ਜਿਵੇਂ ਕਿ ਹੁਣ ਬੱਚੇ ਤੁਹਾਨੂੰ ਕਿਹਾ ਮੈਂ, ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਸੋਸਿਓਰ ਹੈ, ਕਿਉਂਕਿ ਉਹਨੇ ਨਵਾਂ ਸੀ, ਉਹਨੇ ਹੀ ਨਵੀਂ ਇਹਨੂੰ ਦਿਸ਼ਾ ਦਿੱਤੀ ਸੀ ਭਾਸ਼ਾ ਵਿਗਿਆਨ ਨੂੰ। ਬਟ ਜਿਹੜਾ ਤੋਂ ਪਹਿਲਾਂ ਸੀ ਜਿਹੜੇ ਹੈ ਨਾ ਭਾਸ਼ਾ ਵਿਗਿਆਨੀ, ਉਹਨਾਂ ਦਾ ਪਤਾ ਕੀ ਸੀ, ਉਹਨਾਂ ਇਤਿਹਾਸਕ ਸੀ। ਉਹਨਾਂ ਦੇ ਵਿੱਚ ਤੇ ਉਹਨਾਂ ਨੇ ਦੋ ਚੀਜ਼ਾਂ ਲਈਆਂ ਹੋਈਆਂ ਸੀ, ਇਤਿਹਾਸਕ ਅਤੇ ਤੁਲਨਾਤਮਕ। ਬਸ ਇਹਨਾਂ ਦੇ ਦੋਵਾਂ ਪ੍ਰਤੀ ਹੀ ਉਹਨਾਂ ਨੇ ਨਾ ਬਸ ਆਪਣੀ ਰਚਨਾ ਰਚੀ ਗਏ। ਲੇਕਿਨ ਸੋਸਿਓਰ ਹੀ ਸੀ ਜਿਹਨੇ ਪਹਿਲੀ ਵਾਰ ਭਾਸ਼ਾ ਦੇ ਸਮਕਾਲੀ ਰਚਨਾਤਮਕ ਅਧਿਐਨ 'ਤੇ ਕੰਮ ਕਰਕੇ ਭਾਸ਼ਾ ਵਿਗਿਆਨ ਵਿੱਚ ਨਵਾਂ ਮੋੜ ਲਿਆਂਦਾ। ਭਾਵ ਕਿ ਸੋਸਿਓਰ ਹੀ ਜਿਹੜਾ ਪਹਿਲਾ ਵਿਅਕਤੀ ਸੀ, ਜਿਵੇਂ ਮੈਂ ਪਹਿਲੀ ਲਾਈਨ ਤੋਂ ਬੱਚੇ ਨਾ, ਪਹਿਲੀ ਲਾਈਨ ਤੋਂ ਦੂਜੀ ਲਾਈਨ, ਦੂਜੀ ਲਾਈਨ ਤੋਂ ਤੀਜੀ ਲਾਈਨ ਇੱਕ ਦੂਜੇ ਨਾਲ ਇਹ ਇੰਟਰਲਿੰਕ ਨੇ, ਇੱਕ ਦੂਜੇ ਨਾਲ ਸੰਬੰਧ ਰੱਖਦੇ ਨੇ। ਧਿਆਨ ਨਾਲ ਤੁਸੀਂ ਪਹਿਲੀ ਲਾਈਨ ਤੋਂ ਸਮਝੋਗੇ ਤਾਂ ਤੁਹਾਨੂੰ ਅਗਲੀਆਂ ਲਾਈਨਾਂ ਵੀ ਬਹੁਤ ਜਲਦੀ ਸਮਝ ਆ ਜਾਣਗੀਆਂ। ਬੱਚੇ ਦੇਖੋ, ਜਿੱਦਾਂ ਹੁਣ ਇੱਥੇ ਲਿਖਿਆ ਹੋਇਆ ਤੀਜੀ ਲਾਈਨ 'ਚ, ਸੋਸਿਓਰ ਪਹਿਲੀ ਵਾਰ ਭਾਸ਼ਾ ਦੇ ਸਮਕਾਲੀ ਰਚਨਾਤਮਕ ਅਧਿਐਨ ਦੇ ਕੰਮ ਕਰਕੇ ਭਾਸ਼ਾ ਵਿਗਿਆਨ ਵਿੱਚ ਨਵਾਂ ਮੋੜ ਲਿਆਂਦਾ। ਦੇਖੋ ਕਿ ਸੋਸਿਓਰ ਮੋਢੀ ਸੀ, ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ, ਪਹਿਲਾ ਵਿਅਕਤੀ ਸੀ ਜਿਸ ਨੇ ਇਸ ਨੀਂਹ ਰੱਖੀ ਆ। ਪਹਿਲੀ ਵਾਰ ਹੀ ਸੀ ਜਿਸ ਨੇ ਭਾਸ਼ਾ ਦੇ ਸਮਕਾਲੀ ਰੂਪ ਨੂੰ ਪੇਸ਼ ਕੀਤੀ। ਬੱਚੇ ਇੱਥੇ ਹੁਣ ਇੱਕ ਨਵਾਂ ਵਰਡ ਜੁੜਿਆ ਗਿਆ ਹੈ, ਸਮਕਾਲੀ ਸੰਰਚਨਾਤਮਕ ਅਧਿਐਨ। ਹੁਣ ਬੱਚੇ ਤੇ ਤੁਸੀਂ ਡਰਨਾ ਨਹੀਂ, ਘਬਰਾਉਣਾ ਨਹੀਂ ਹੈਗਾ। ਇਹਦਾ ਅਰਥ ਤੁਹਾਨੂੰ ਦੱਸਦੇ ਹਾਂ। ਸਮਕਾਲੀ ਕੀ ਹੁੰਦਾ? ਪ੍ਰੈਜ਼ੈਂਟ। ਔਰ ਸੰਰਚਨਾਤਮਕ ਕੀ ਹੁੰਦਾ ਆ? ਸਿਸਟਮੈਟਿਕਲੀ। ਔਰ ਅਧਿਐਨ ਦਾ ਮਤਲਬ ਕੀ ਹੁੰਦਾ? ਇਹਦੇ ਬਾਰੇ ਜਾਣਕਾਰੀ ਹਾਸਲ ਕਰਨਾ। ਠੀਕ ਆ। ਉਹਨੇ ਸੋਸਿਓਰ ਨੇ ਕੀ ਕੀਤਾ ਸੀ, ਜਿਹੜਾ ਸਮਕਾਲੀ ਸੀ ਮਤਲਬ ਪ੍ਰੈਜ਼ੈਂਟ, ਜਿਹੜਾ ਸਿਸਟਮੈਟਿਕਲੀ ਮਤਲਬ ਜਿਹੜਾ ਭਾਸ਼ਾ ਵਿੱਚ ਚੱਲ ਰਹੇ ਮਤਲਬ ਜੋ ਰੂਲਸ ਸੀ, ਨਿਯਮ ਸੀ, ਉਹਨਾਂ ਦਾ ਅਧਿਐਨ ਕਰਕੇ ਉਹਨਾਂ ਨੇ ਸੋਸਿਓਰ ਨੇ ਇਤਿਹਾਸਕ ਨਹੀਂ ਕੀਤਾ ਸੀ, ਉਸਨੇ ਸਮਕਾਲੀ ਕੀਤਾ, ਮਤਲਬ ਪ੍ਰੈਜ਼ੈਂਟ ਦਾ ਕੀਤਾ। ਜੋ ਬੀਤ ਗਿਆ ਉਹਨੇ ਉਹ 'ਤੇ ਨਹੀਂ ਕੰਮ ਕੀਤਾ, ਉਹਨੇ ਜੋ ਚੱਲ ਰਿਹਾ ਆ ਉਹ 'ਤੇ ਕੰਮ ਕੀਤਾ। ਇਸ ਕਰਕੇ ਇੱਥੇ ਲਿਖਿਆ ਜਾਂਦਾ ਹੈ ਸਮਕਾਲੀ ਸੰਰਚਨਾਤਮਕ ਅਧਿਐਨ 'ਤੇ ਕੰਮ ਕਰਕੇ ਭਾਸ਼ਾ ਵਿਗਿਆਨ ਵਿੱਚ ਨਵਾਂ ਮੋੜ ਲਿਆਂਦਾ। ਭਾਵ ਜਦੋਂ ਉਹਨੇ ਨਵੀਂ ਕਾਢ ਕੱਢੀ, ਨਵੀਂ ਰਿਸਰਚ ਕੀਤੀ ਕਿ ਇਹ ਸਮਕਾਲੀ ਰੂਪ ਵਿੱਚ ਕਿ ਕਿਵੇਂ ਸਮਕਾਲੀ ਵਿੱਚ ਉਹ ਭਾਸ਼ਾ ਯੂਜ਼ ਕੀਤੀ ਜਾ ਰਹੀ ਹੈ, ਵਰਤੀ ਜਾ ਰਹੀ ਆ, ਉਹਦਾ ਅਧਿਐਨ ਕਰਕੇ ਉਹਨੇ ਭਾਸ਼ਾ ਵਿਗਿਆਨ ਵਿੱਚ ਨਵਾਂ ਮੋੜ ਲਿਆਂਦਾ। ਇਸੇ ਕਰਕੇ ਬੱਚੇ ਮੈਂ ਇੱਥੇ ਉੱਪਰ ਹੈਡਿੰਗ ਸੋਸਿਓਰ ਅਤੇ ਆਧੁਨਿਕ ਭਾਸ਼ਾ ਵਿਗਿਆਨ ਦਿੱਤਾ ਆ। ਮੈਂ ਉਮੀਦ ਕਰਦੀ ਹਾਂ ਬੱਚੇ ਤੁਹਾਨੂੰ ਇਹ ਦੋਨਾਂ ਦਾ ਹੈਡਿੰਗ ਜਿਹੜਾ ਭਾਸ਼ਾ ਆਪਾਂ ਕਰਨਾ ਸੋਸਿਓਰ ਅਤੇ ਭਾਸ਼ਾਈ ਮਾਡਲ ਆ, ਪਰ ਉਸ ਤੋਂ ਪਹਿਲਾਂ ਭਾਸ਼ਾਈ ਮਾਡਲ ਸਮਝਣ ਤੋਂ ਪਹਿਲਾਂ ਸਾਨੂੰ ਸੋਸਿਓਰ ਅਤੇ ਆਧੁਨਿਕ ਭਾਸ਼ਾ ਵਿਗਿਆਨ ਦਾ ਵੀ ਸਮਝਣਾ ਬਹੁਤ ਜ਼ਰੂਰੀ ਸੀ ਕਿ ਇਹ ਇੱਕ ਦੂਜੇ ਨਾਲ ਸੰਬੰਧ ਕਿਵੇਂ ਰੱਖਦੇ ਨੇ। ਬੱਚੇ ਹੁਣ ਸੋਸਿਓਰ ਨੇ ਮਨੁੱਖੀ ਸਮਾਜ ਵਿੱਚ, ਮੈਂ ਜਿਵੇਂ ਕਿਹਾ ਹੋਇਆ ਹੈ ਕਿ ਉਹਨੇ ਪ੍ਰੈਜ਼ੈਂਟ ਦੀ ਗੱਲ ਕੀਤੀ ਹੈ, ਸਮਕਾਲੀ ਸਮੇਂ ਦੀ ਕਾਲ ਦੀ ਗੱਲ ਕੀਤੀ ਹੋਈ ਆ ਉਹਨੇ। ਸਿੱਧਾ ਇੱਥੇ ਲਿਖਿਆ ਹੋਇਆ, ਸੋਸਿਓਰ ਮਨੁੱਖੀ ਸਮਾਜ ਵਿੱਚ ਕਾਰਜਸ਼ੀਲ ਚਿੰਨ੍ਹ ਪ੍ਰਬੰਧ ਦੇ ਅਧਿਐਨ ਲਈ ਇੱਕ ਸਰਵ ਵਿਆਪਕ ਅਧਿਐਨ ਵਿਧੀ ਪ੍ਰਸਤੁਤ ਕਰਦਾ ਹੈ। ਭਾਵ ਕਿ
ਉਹ ਕੀ ਕਹਿ ਰਿਹਾ ਹੈ ਕਿ ਉਹਨੇ ਮਨੁੱਖੀ ਸਮਾਜ ਵਿੱਚ ਮਤਲਬ ਸਾਡੇ ਜੋ ਪ੍ਰੈਜ਼ੈਂਟ ਵਿੱਚ ਚੱਲ ਰਹੇ ਸੀ ਕਾਰਜਸ਼ੀਲ ਜਿਹੜੇ ਵਰਤੇ ਜਾਣ ਵਾਲੇ ਚਿੰਨ੍ਹ ਪ੍ਰਬੰਧ ਸੀ। ਚਿੰਨ੍ਹ ਕੀ ਹੁੰਦੇ ਆ? ਸਾਈਨ ਹੁੰਦੇ ਆ, ਠੀਕ ਆ। ਉਹਨਾਂ ਦੇ ਅਧਿਐਨ ਲਈ ਇੱਕ ਸਰਵ ਵਿਆਪਕ ਵਿਧੀ ਜਿਹੜੀ ਉਹਨੇ ਪ੍ਰਸਤੁਤ ਕਰਦਾ ਆ, ਉਹਨੂੰ ਕੀ ਨਾਮ ਦਿੱਤਾ ਸੀ? ਉਹਨੇ ਚਿੰਨ੍ਹ ਵਿਗਿਆਨ ਦਿੱਤਾ ਸੀ। ਜਿਹੜੇ ਉਹਨੇ ਸਮਾਜ ਵਿੱਚ ਜਿਹੜੇ ਕਾਰਜਸ਼ੀਲ ਚਿੰਨ੍ਹ ਸੀ ਉਹਨਾਂ ਨੂੰ ਉਸਨੇ ਕੀ ਕਿਹਾ ਸੀ? ਚਿੰਨ੍ਹ ਵਿਗਿਆਨ। ਚਿੰਨ੍ਹ ਵਿਗਿਆਨ ਦਾ ਅਧਿਐਨ ਕਰਨ ਤੋਂ ਭਾਵ ਚਿੰਨ੍ਹਾਂ ਦੇ ਵਿਗਿਆਨਿਕ ਢੰਗ ਦਾ ਅਧਿਐਨ ਕਰਨਾ ਹੈ। ਵਿਗਿਆਨਿਕ ਮਤਲਬ ਤਰਕ ਦੇ ਕੇ, ਲੌਜੀਕਲੀ ਉਹਨੂੰ ਅਧਿਐਨ ਕਰਨਾ, ਲੌਜੀਕਲ ਢੰਗ ਨਾਲ ਅਧਿਐਨ ਕਰਨਾ ਹੈ। ਬੱਚੇ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਲੌਜਿਕ ਔਰ ਤਰਕ ਜਿਹੜਾ ਆ ਪੰਜਾਬੀ 'ਚ ਉਹਨੂੰ ਤਰਕ ਕਹਿੰਦੇ ਆ ਅਤੇ ਇੰਗਲਿਸ਼ ਵਿੱਚ ਉਹਨੂੰ ਲੌਜੀਕਲ ਕਹਿੰਦੇ ਆ। ਲੌਜਿਕ ਹੋਣਾ ਬਹੁਤ ਜ਼ਰੂਰੀ ਹੈ, ਇਸੇ ਕਰਕੇ ਉਸਨੇ ਇਸ ਵਿਧੀ ਦਾ ਵਰਤੋਂ ਕੀਤੀ। ਉਸਦੇ ਇਸੇ ਤਰਕਸ਼ੀਲ ਜਾਂ ਵਿਗਿਆਨਿਕ ਢੰਗ ਦੇ ਵਰਤਣ ਕਾਰਨ ਅੱਜ ਤੱਕ ਉਹਦੀ ਭਾਸ਼ਾਈ ਮਾਡਲ ਨੂੰ ਮਹੱਤਤਾ ਦਿੱਤੀ ਗਈ ਹੈ। ਚਲੋ ਬੱਚੋ, ਹੁਣ ਆਪਾਂ ਆ ਗਏ ਹਾਂ ਚਿੰਨ੍ਹ 'ਤੇ। ਚਿੰਨ੍ਹ ਤੋਂ ਕੀ ਭਾਵ ਹੈ? ਇਸ ਦਾ ਸਰਲ ਅਤੇ ਸਪਸ਼ਟ ਉੱਤਰ ਹੈ ਕਿਸੇ ਸੂਚਨਾ ਦੇ ਵਾਹਕ ਨੂੰ ਚਿੰਨ੍ਹ ਕਿਹਾ ਜਾਂਦਾ ਹੈ। ਬੱਚੇ ਇਹ ਬਹੁਤ ਸੌਖੀ ਜਿਹੀ ਡੈਫੀਨੇਸ਼ਨ ਆ, ਪਰਿਭਾਸ਼ਾ, ਪਰ ਬੱਚੇ ਇੱਥੇ ਕਨਫਿਊਜ਼ ਹੋ ਜਾਂਦੇ ਨੇ। ਹੁਣ ਬੱਚੋ ਇਹ ਬਹੁਤ ਇੰਪੋਰਟੈਂਟ ਪਾਰਟ ਆ ਗਿਆ ਆ ਇਸ ਟੌਪਿਕ ਦਾ, ਤੁਸੀਂ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਸੂਚਨਾ ਦੇ ਵਾਹਕ ਨੂੰ ਚਿੰਨ੍ਹ ਕਿਹਾ ਜਾਂਦਾ ਹੈ। ਸੂਚਨਾ ਕੀ ਹੁੰਦੀ ਹੈ? ਮੈਸੇਜ। ਜਦੋਂ ਕੋਈ ਸਾਨੂੰ ਮੈਸੇਜ ਮਿਲਦੀ ਆ, ਸੂਚਨਾ ਨੂੰ ਕਹਿੰਦੇ ਨਾ, ਸਾਨੂੰ ਮੈਸੇਜ ਮਿਲਿਆ, ਉਹਨੂੰ ਪੰਜਾਬੀ 'ਚ ਕੀ ਕਹਿੰਦੇ? ਸੂਚਨਾ। ਵਾਹਕ ਕੀ ਹੁੰਦਾ? ਜਿਵੇਂ ਕਿ ਅੱਜ ਕੱਲ੍ਹ FB ਦਾ ਮੈਸੇਂਜਰ ਆ, ਮੈਸੇਂਜਰ ਰਾਹੀਂ ਸਾਨੂੰ ਮੈਸੇਜ ਆਉਂਦਾ ਨਾ, ਉਹ ਕੀ ਹੋ ਗਿਆ? ਵਾਹਕ। ਮੈਸੇਂਜਰ ਇੱਥੇ ਕੀ ਹੋ ਗਿਆ? ਵਾਹਕ। ਅਤੇ ਸੂਚਨਾ ਕੀ ਹੋ ਗਈ? ਮੈਸੇਜ। ਮੈਂ ਬੱਚੇ ਤੁਹਾਨੂੰ ਜਿਹੜੀ ਸਾਡੀ ਦੈਨਿਕ ਜੀਵਨ ਵਿੱਚ, ਆਮ ਜ਼ਿੰਦਗੀ ਵਿੱਚ, ਡੇਲੀ ਲਾਈਫ ਵਿੱਚ ਵਰਤੀ ਗਈ ਉਦਾਹਰਣ ਆ, ਮੈਂ ਉਹ ਦਿੱਤੀ ਹੋਈ ਹੈ। ਜਿਵੇਂ ਕਿ ਸੂਚਨਾ ਇੱਥੇ ਕੀ ਆ? ਮੈਸੇਜ ਆ, ਅਤੇ ਉਹਦਾ ਜਿਹੜਾ ਵਾਹਕ ਕੀ ਆ? ਵਾਹਕ ਕੀ ਹੁੰਦਾ? ਜਿਹੜਾ ਉਹਦਾ ਮੈਸੇਂਜਰ, ਠੀਕ ਆ। ਇਹਨੂੰ ਬੱਚੇ ਵਾਹਕ ਤੋਂ ਬੜੇ ਬੱਚੇ ਕਨਫਿਊਜ਼ ਹੋ ਜਾਂਦੇ ਆ। ਸੂਚਨਾ ਦੇ ਵਾਹਕ, ਸੂਚਨਾ ਕੀ ਹੈ? ਮੈਸੇਜ। ਆਮ ਜੀ ਸਾਨੂੰ ਸੂਚਨਾ ਮਿਲਦੀ ਆ, ਅਤੇ ਵਾਹਕ ਕੀ ਹੋ ਗਿਆ? ਜਿਸ ਦੁਆਰਾ ਸਾਨੂੰ ਸੂਚਨਾ ਮਿਲਦੀ ਆ। ਜਿਵੇਂ ਕਿ ਕੋਈ ਵੀ ਹੋ ਸਕਦਾ, ਮੈਸੇਜ ਆਉਂਦਾ ਸਾਨੂੰ, ਵਟਸਐਪ ਕੀ ਹੋ ਗਿਆ? ਇੱਕ ਉਹਦਾ ਵਾਹਕ ਹੋ ਗਿਆ ਆ, ਮੈਸੇਂਜਰ ਹੋ ਗਿਆ, ਠੀਕ ਆ। ਇਸੇ ਤਰ੍ਹਾਂ ਬੱਚੇ ਚਿੰਨ੍ਹ ਵਿੱਚ ਦੋ ਪੱਖ ਹੁੰਦੇ ਹਨ, ਜਿਵੇਂ ਸੂਚਨਾ ਅਤੇ ਦੂਜਾ ਕੀ? ਵਾਹਕ। ਬੱਚੇ ਇਹਦੀ ਪਰਿਭਾਸ਼ਾ ਵਿੱਚ ਹੀ ਮਤਲਬ ਤੁਹਾਨੂੰ ਇਹਦਾ ਆਨਸਰ ਮਿਲ ਜਾਂਦਾ ਕਿ ਇਹਦੇ ਕਿਹੜੇ ਪੱਖ ਨੇ? ਦੋ ਪੱਖ ਨੇ, ਸੂਚਨਾ ਅਤੇ ਦੂਜਾ ਕੀ? ਵਾਹਕ। ਵਾਹਕ ਕੀ ਹੋ ਗਿਆ? ਮੈਸੇਂਜਰ। ਸੂਚਨਾ ਕੀ ਹੋ ਗਈ? ਮੈਸੇਜ, ਠੀਕ ਹੈ। ਬੱਚੇ ਕਨਫਿਊਜ਼ ਨਹੀਂ ਹੋਣਾ ਹੈਗਾ। ਸੂਚਨਾ ਕਿਸ ਦੁਆਰਾ ਆਊਂਗੀ? ਮੈਸੇਂਜਰ ਰਾਹੀਂ। ਉਹਨੂੰ ਕੀ ਕਹਿੰਦੇ ਆ ਪੰਜਾਬੀ 'ਚ? ਵਾਹਕ। ਅਤੇ ਸੂਚਨਾ ਦੇ ਵਾਹਕ ਦੋ ਚੀਜ਼ਾਂ ਨੇ ਹਨ। ਬੱਚੇ ਹੁਣ ਦੇਖੋ, ਸੁਸਿਓਨ ਨੇ ਸੂਚਨਾ ਨੂੰ ਕੀ ਕਿਹਾ? ਚਿੰਤਨ ਦਾ ਨਾਮ ਪ੍ਰਦਾਨ ਕੀਤਾ ਹੈ, ਮਤਲਬ ਦਿੱਤਾ ਹੈ, ਪ੍ਰਦਾਨ ਹੁਣ ਦਿੱਤੇ ਨਾ। ਅਤੇ ਸੂਚਨਾ ਦੇ ਵਾਹਕ ਨੂੰ ਚਿੰਨ੍ਹਕ ਦਾ ਨਾਮ ਦਿੱਤਾ ਗਿਆ ਹੈ। ਹੁਣ ਬੱਚੇ ਕਈ ਕਨਫਿਊਜ਼ ਹੋ ਜਾਂਦੇ ਜਦੋਂ ਪੇਪਰ ਜਾਂਦਾ ਹੈ ਬੱਚੇ ਪਾਉਣ, ਉਦੋਂ ਉਹ ਚਿੰਤਨ ਅਤੇ ਚਿੰਨ੍ਹਕ ਵਿੱਚ ਫਰਕ ਭੁੱਲ ਜਾਂਦੇ ਆ। ਬੱਚੇ ਹੁਣ ਦੇਖੋ, ਤੁਹਾਨੂੰ ਇੱਕ ਮੈਂ ਟ੍ਰਿਕ ਦੱਸਣ ਲੱਗੀ ਹੋਈ ਹਾਂ ਕਿ ਕਿਵੇਂ ਮੈਂ ਯਾਦ ਰੱਖਦੀ ਸੀ ਆਪਣੇ ਪੇਪਰਾਂ ਵਿੱਚ। ਬੱਚੇ ਦੇਖੋ, ਸੂਚਨਾ ਵਿੱਚ ਕੀ ਲਿਖਿਆ? ਸੱਸੇ ਨੂੰ ਦੋ ਲੈਂਕੜ, ਚੱਚਾ ਨੰਨੇ ਨੂੰ ਕੰਨਾ, ਇਹਦੇ ਵਿੱਚ ਇਹਨੂੰ ਕੀ ਸੁਸਿਓਨ ਨੇ ਨਾਮ ਦਿੱਤਾ ਹੈ? ਚਿੰਤਨ। ਸੂਚਨਾ ਵਿੱਚ ਨੰਨਾ, ਅਤੇ ਇਹ 'ਚ ਵੀ ਨੰਨਾ ਹੈਗਾ ਨਾ ਚਿੰਤਨ 'ਚ, ਅਤੇ ਇੱਥੋਂ ਯਾਦ ਰੱਖਣਾ ਨੰਨਾ ਜਿਹਦੇ ਵਿੱਚ ਆ ਉਹ ਕੀ ਹੋ ਗਿਆ? ਸੂਚਨਾ। ਅਰੇ ਬੱਚੇ, ਦੂਸਰਾ ਦੇਖੋ, ਸੂਚਨਾ ਦੇ ਵਾਹਕ ਨੂੰ, ਮੈਸੇਂਜਰ ਨੂੰ, ਸੂਚਨਾ ਦੇ ਮੈਸੇਜ ਦੇ ਮੈਸੇਂਜਰ ਨੂੰ ਕੀ ਕਿਹਾ ਜਾਂਦਾ ਹੈ? ਚਿੰਨ੍ਹਕ। ਹੁਣ ਬੱਚੇ ਇੱਥੇ ਕੀ ਆ ਗਿਆ? ਕ। ਇੱਥੇ ਕੀ ਆ ਗਿਆ? ਵਾਹਕ ਵਿੱਚ ਕੀ ਆ ਗਿਆ? ਕ, ਅਤੇ ਦੂਜੇ ਵਿੱਚ ਕੀ ਆ ਗਿਆ? ਕ। ਇਹ ਦੋਨਾਂ ਦੇ ਕੀ ਬਣ ਗਿਆ? ਵਾਹਕ। ਕੱਕੇ ਤੋਂ ਕੱਕਾ, ਨੰਨੇ ਤੋਂ ਨੰਨਾ। ਬੱਚੇ ਇੱਕ ਯਾਦ ਕਰਨ ਦੀ ਟ੍ਰਿਕ ਆ ਚਿੰਤਨ ਅਤੇ ਚਿੰਨ੍ਹਕ ਨੂੰ। ਇਸੇ ਤਰ੍ਹਾਂ ਆਪਾਂ ਕਦੀ ਨਹੀਂ ਭੁੱਲਦੇ, ਮੈਂ ਨਹੀਂ ਭੁੱਲਦੀ ਸੀ, ਬਾਕੀ ਬੱਚੇ ਮੇਰੇ ਨਾਲ ਦੀਆਂ ਮੇਰੇ ਜਿਹੜੇ ਦੋ ਫਰੈਂਡਸ ਹੁੰਦੇ ਸੀ ਉਹ ਭੁੱਲ ਜਾਂਦੇ ਹੁੰਦੇ ਸੀ, ਅਤੇ ਮੈਂ ਇੱਕ ਟ੍ਰਿਕ ਲਗਾ ਕੇ ਯਾਦ ਰੱਖਦੀ ਸੀ। ਬੱਚੇ ਅੱਗੇ ਲਿਖੋ, ਸੁਸਿਓਨ ਅਨੁਸਾਰ ਚਿੰਨ੍ਹ ਜਿਹੜਾ ਆ ਉਹ ਚਿੰਨ੍ਹਕ ਅਤੇ ਚਿੰਤਨ ਦਾ ਸੁਮੇਲ ਆ, ਮਤਲਬ ਕਿ ਇਹ ਦੋਨਾਂ ਤੋਂ ਬਣਦਾ ਆ। ਜਿਵੇਂ ਪਰਿਭਾਸ਼ਾ ਵਿੱਚ ਲਿਖਿਆ ਸੀ ਨਾ, ਸੂਚਨਾ ਦੇ ਵਾਹਕ ਨੂੰ ਚਿੰਨ੍ਹ ਕਿਹਾ ਜਾਂਦਾ ਆ, ਸੂਚਨਾ ਨੂੰ ਚਿੰਤਨ ਕਿਹਾ ਆ, ਅਤੇ ਸੂਚਨਾ ਦੇ ਵਾਹਕ ਨੂੰ ਚਿੰਨ੍ਹਕ ਕਿਹਾ। ਇਸ ਲਈ ਦੋਨਾਂ ਦਾ ਸੁਮੇਲ ਹੈ। ਬੱਚੇ ਸੋਚੋ, ਤੁਹਾਨੂੰ ਮੈਸੇਜ ਆਇਆ, ਠੀਕ ਹੈ। ਹੁਣ ਮੈਸੇਜ ਕਿਸ 'ਤੇ ਆਇਆ? ਇਹ ਵੀ ਜ਼ਰੂਰੀ ਆ ਨਾ, ਕਿਸ ਪਲੇਟਫਾਰਮ 'ਤੇ ਆਇਆ, ਕਿਸ ਰਾਹੀਂ ਆਇਆ? ਇਹੀ ਸੁਸਿਓਨ ਕਹਿਣਾ ਚਾਹੁੰਦਾ ਹੈ ਕਿ ਜਦੋਂ ਸਾਨੂੰ ਮੈਸੇਜ ਆਉਂਦਾ ਤਾਂ ਮੈਸੇਜ ਦਾ ਸੂਚਨਾ ਦਾ ਵਾਹਕ ਮੈਸੇਂਜਰ, ਮੈਸੇਜ ਦਾ ਮੈਸੇਂਜਰ ਦਾ ਹੋਣਾ ਵੀ ਜ਼ਰੂਰੀ ਹੈ। ਜੇ ਮੈਸੇਂਜਰ ਨਹੀਂ ਤਾਂ ਮੈਸੇਜ ਨਹੀਂ, ਜੇ ਮੈਸੇਜ ਆ ਤਾਂ ਮੈਸੇਂਜਰ ਵੀ ਹੋਊਗਾ। ਇਹ ਦੋਨੇ ਇੱਕ ਦੂਜੇ ਦੇ ਮਤਲਬ ਨਾਲ ਸੰਬੰਧ ਰੱਖਦੇ ਹਨ। ਬੱਚੇ ਇੱਥੇ ਸੁਸਿਓਨ ਇੱਕ ਉਦਾਹਰਨ ਦਿੱਤੀ ਆ,
ਉਹਨੇ ਨਾ ਚਿੰਨ੍ਹ ਨੂੰ ਇੱਕ ਸਿੱਕੇ ਦੇ ਨਾਲ ਤੁਲਨਾ ਕੀਤੀ ਉਹਦੀ। ਉਹਨੇ ਕੀ ਕਿਹਾ ਹੈ ਕਿ ਜਿਹੜਾ ਚਿੰਨ੍ਹ ਦੀ ਰਚਨਾ ਹੈ ਨਾ, ਜਿੱਦਾਂ ਚਿੰਨ੍ਹ ਬਣਿਆ ਕਿੱਦਾਂ ਹੈ, ਚਿੰਤਨ ਅਤੇ ਚਿੰਨਕ ਨਾਲ ਬਣਿਆ, ਠੀਕ ਆ। ਉਵੇਂ ਜਿਵੇਂ ਸਿੱਕੇ ਵਿੱਚ ਦੋ ਸਾਈਡਸ ਹੁੰਦੀਆਂ, ਇੱਕ ਟੇਲ ਹੁੰਦੀ, ਇੱਕ ਹੈੱਡ ਹੁੰਦੀ। ਜਿਵੇਂ ਸਭ ਨੂੰ ਪਤਾ ਆ, ਜੇ ਹੈੱਡ ਆ ਤਾਂ ਫਿਰ ਟੇਲ ਹੈ ਨਾ, ਜੇ ਨਾ ਹੋਵੇ ਤਾਂ ਹੈੱਡ ਦੀ ਕੋਈ ਵੈਲਿਊ ਨਹੀਂ। ਜੇ ਟੇਲ ਹੈਗਾ ਆ, ਜੇ ਹੈੱਡ ਨਾ ਹੋਵੇ ਤਾਂ ਟੇਲ ਦੀ ਕੋਈ ਵੈਲਿਊ ਨਹੀਂ। ਦੋਵੇਂ ਸਾਈਡਸ ਹੋਣੀਆਂ ਬਹੁਤ ਜ਼ਰੂਰੀਆਂ। ਉਸੇ ਤਰ੍ਹਾਂ ਬੱਚੇ ਚਿੰਨ੍ਹ ਵਿੱਚ ਵੀ ਚਿੰਤਨ ਅਤੇ ਚਿੰਨਕ ਦੋਵੇਂ ਹੋਣੇ ਜ਼ਰੂਰੀ ਨੇ। ਜੇ ਮੈਸੇਜ ਆ, ਮੈਸੇਂਜਰ ਨਹੀਂ ਤਾਂ ਉਹ ਮੈਸੇਜ ਦੀ ਕੋਈ ਵੈਲਿਊ ਨਹੀਂ ਹੈਗੀ। ਫਿਰ ਦੱਸੋ ਬੱਚੇ, ਮੈਸੇਜ ਕਿਸੇ ਮੈਸੇਂਜਰ ਰਾਹੀਂ, ਵਾਹਕ ਰਾਹੀਂ ਆਊਗਾ ਨਾ, ਉਹਦੀ ਥੋੜ੍ਹੀ ਮੈਸੇਜ ਆ ਜਾਊਗਾ, ਠੀਕ ਨਹੀਂ। ਇਹਨਾਂ ਦੋਵਾਂ ਪਹਿਲੂਆਂ ਨੂੰ ਇੱਕ ਦੂਜੇ ਤੋਂ ਵੱਖ ਕਰਕੇ ਸਮਝਿਆ ਨਹੀਂ ਜਾ ਸਕਦਾ। ਬੱਚੇ ਜੇ ਚਿੰਨ੍ਹ ਨੂੰ ਸਮਝਣਾ ਆ, ਜੇ ਆਪਾਂ ਕਹੀਏ ਨਹੀਂ ਜੀ ਚਿੰਤਨ ਤਾਂ ਵੱਖਰਾ, ਜੇ ਚਿੰਨਕ ਤਾਂ ਵੱਖਰਾ ਆ, ਨਹੀਂ ਆਪਾਂ ਸਮਝ ਪਾਵਾਂਗੇ ਚਿੰਨ੍ਹ ਨੂੰ, ਕਿਉਂਕਿ ਚਿੰਨ੍ਹ ਦੀ ਪਰਿਭਾਸ਼ਾ ਵਿੱਚ ਵੀ ਲਿਖਿਆ ਆ, ਸੂਚਨਾ ਦੇ ਵਾਹਕ ਨੂੰ ਚਿੰਨ੍ਹ ਕਿਹਾ ਜਾਂਦਾ ਹੈ। ਬੱਚੇ ਚਲੋ ਆਪਾਂ ਇੱਕ ਉਦਾਹਰਨ ਦੇਖਦੇ ਹਾਂ ਹੋਰ। ਲਾਲ ਬੱਤੀ ਕੀ ਆ? ਬਿੰਮ ਆ। ਬਿੰਮ ਕੀ ਆ? ਚਿੰਨਕ। ਮਤਲਬ ਕੀ ਹੈ ਇਹ? ਵਾਹਕ। ਲਾਲ ਬੱਤੀ ਇੱਥੇ ਕੀ ਆ? ਵਾਹਕ। ਅਤੇ ਖਤਰਾ, ਰੁਕਣਾ, ਇੱਥੇ ਲਿਖਿਆ ਹੋਇਆ ਨੀਚੇ। ਸੁਨੇਹਾ ਕੀ ਹੁੰਦਾ? ਮੈਸੇਜ ਹੁੰਦਾ, ਮਤਲਬ ਸੂਚਨਾ ਹੁੰਦੀ ਹੈ। ਕੀ ਆ? ਚਿੰਤਨ ਆ। ਸੂਚਨਾ ਤੋਂ ਚਿੰਤਨ ਨੰਨਾ ਪਾ ਗਿਆ। ਬਿੰਬ ਕੀ ਆ? ਵਾਹਕ ਆ। ਵਾਹਕ ਤੋਂ ਚਿੰਨਕ, ਠੀਕ ਹੈ। ਹੁਣ ਬੱਚੇ ਦੇਖੋ ਇੱਥੇ ਹੁਣ ਲਾਲ ਬੱਤੀ ਕੀ ਆਪਾਂ ਨੂੰ ਇੱਕ ਹੈ ਨਾ, ਮਤਲਬ ਇੱਕ ਲਾਲ ਬੱਤੀ ਜਦੋਂ ਆਪਾਂ ਟ੍ਰੈਫਿਕ ਰੂਲ 'ਤੇ ਆਪਾਂ ਖੜ੍ਹੇ ਹੁੰਦੇ ਹਾਂ, ਟ੍ਰੈਫਿਕ ਸਿਗਨਲ ਜਦੋਂ ਹੁੰਦਾ ਹੈ, ਰੈੱਡ ਹੋਇਆ ਹੁੰਦਾ ਤਾਂ ਆਪਾਂ ਨੂੰ ਪਤਾ ਹੁੰਦਾ ਰੁਕਣਾ ਆ। ਹੁਣ ਆਪਾਂ ਨੂੰ ਇੱਕ ਮੈਸੇਜ ਮਿਲਿਆ ਲਾਈਟ ਵੱਲੋਂ ਕਿ ਰੁਕਣਾ ਆ, ਠੀਕ ਆ ਨਾ। ਇੱਥੇ ਜਿਹੜੀ ਲਾਈਟ ਆ ਉਹ ਇੱਕ ਵਾਹਕ ਦੇ ਰੂਪ ਵਿੱਚ ਕੰਮ ਕਰ ਰਹੀ ਆ, ਅਤੇ ਜਿਹੜਾ ਸਾਨੂੰ ਉਹ ਮੈਸੇਜ ਦੇ ਰਹੀ ਹੈ ਕਿ ਇੱਥੇ ਰੁਕਣਾ ਆ। ਬੱਚੇ ਸਮਝ ਰਹੇ ਹੋ ਨਾ ਕਿ ਲਾਲ ਬੱਤੀ ਇੱਕ ਵਾਹਕ ਦੇ ਰੂਪ ਵਿੱਚ ਨਾ ਕੰਮ ਕਰ ਰਹੀ ਆ, ਅਤੇ ਜਿਹੜੀ ਉਹਦੀ ਲਾਈਟ ਆ ਉਹ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਰੁਕਣਾ ਆ, ਕਿ ਇਹ ਕੀ ਆ? ਸੂਚਨਾ ਦਾ ਵਾਹਕ ਆ, ਸਾਨੂੰ ਰੁਕਣ ਦਾ ਸੰਦੇਹਾ ਦਿੰਦਾ। ਇਹ ਦੋਨੇ ਇੱਕ ਦੂਜੇ ਦਾ ਸੁਮੇਲ ਕੀ ਬਣਾਉਂਦੇ ਨੇ? ਚਿੰਨ੍ਹ। ਚਲੋ ਬੱਚੋ ਹੁਣ ਦੇਖਦੇ ਹਾਂ ਚਿੰਨ੍ਹ ਦਾ ਵਰਗੀਕਰਨ। ਬੱਚੇ ਹੁਣ ਚਿੰਨ੍ਹ ਨੂੰ ਵੀ ਕਈ ਵਰਗਾਂ ਵਿੱਚ ਵੰਡਿਆ ਜਾਂਦਾ ਆ। ਇਹਦੇ ਵਿੱਚ ਨਾ ਆਮ 3 ਵਰਗਾਂ ਵਿੱਚ ਵੰਡਿਆ ਜਾਂਦਾ: ਭਾਸ਼ਾਈ ਚਿੰਨ੍ਹ, ਸੱਭਿਆਚਾਰਕ ਚਿੰਨ੍ਹ ਅਤੇ ਸਾਹਿਤਕ ਚਿੰਨ੍ਹ, ਠੀਕ ਆ ਬੱਚੇ। ਹੁਣ ਆਪਾਂ ਇੱਕ ਕਰਕੇ ਤਿੰਨਾਂ ਚਿੰਨ੍ਹਾਂ ਨੂੰ ਡਿਸਕਸ ਕਰਦੇ ਹਾਂ ਆਪਾਂ, ਠੀਕ ਹੈ ਬੱਚੇ। ਹੁਣ ਪਹਿਲਾ ਚਿੰਨ੍ਹ ਆਪਣਾ ਕਿਹੜਾ ਆ ਗਿਆ ਵਰਗੀਕਰਨ ਦਾ? ਪਹਿਲਾ ਚਿੰਨ੍ਹ ਹੈਗਾ ਭਾਸ਼ਾਈ ਚਿੰਨ੍ਹ। ਭਾਸ਼ਾਈ ਚਿੰਨ੍ਹ ਦੀ ਗੱਲ ਕਰਦੇ ਹਾਂ। ਸੋ ਨੇ ਭਾਸ਼ਾਈ ਚਿੰਨ੍ਹਾਂ ਦੀ ਮੁੱਢਲੀ ਵਿਸ਼ੇਸ਼ਤਾ ਨੂੰ ਕੀ ਦੱਸਿਆ? ਆਪ ਮੁਹਾਰਤਾ ਉਹਦੀ ਦੱਸੀ ਆ। ਬੱਚੇ ਆਪ ਮੁਹਾਰਾਪਨ ਪਤਾ ਕੀ ਹੁੰਦਾ ਆ? ਜਿਵੇਂ ਕਿ ਕੋਈ ਵੀ ਨਿਸ਼ਚਿਤ ਨਹੀਂ ਹੁੰਦੀ, ਉਹ ਉਹਦੇ ਰੂਪ ਤੋਂ ਨਹੀਂ, ਉਹਦੇ ਸ਼ਬਦ ਤੋਂ ਨਹੀਂ ਉਹਨੂੰ ਆਪਾਂ ਜੱਜ ਕਰ ਸਕਦੇ, ਉਹਦੀ ਧਾਰਨਾ ਨਹੀਂ ਬਣਾ ਸਕਦੇ। ਉਹ ਪਰਿਵਰਤਨਸ਼ੀਲ ਹੁੰਦਾ, ਜਿਵੇਂ ਕਿ ਅੱਗੇ ਵੀ ਦੇਖੋ ਲਿਖਿਆ ਹੋਇਆ ਹੈ। ਅਰਥਾਤ ਚਿੰਨਕ ਅਤੇ ਚਿੰਤਨ ਵਿੱਚ ਕੋਈ ਸਿੱਧਾ ਸੰਬੰਧ ਨਹੀਂ ਹੈ, ਸਗੋਂ ਇਸ ਦਾ ਸੰਬੰਧ ਆਪ ਮੁਹਾਰਾ ਹੈ, ਪਰਿਵਰਤਨੀ ਹੈ। ਜਿਵੇਂ ਦੇਖੋ ਇਹਦੇ ਉੱਪਰ ਹੁਣ ਤੁਹਾਨੂੰ ਬੱਚੇ ਇਹ ਗੱਲ ਪੂਰੀ ਨਾ ਉਦਾਹਰਨ ਨਾਲ ਤੁਹਾਨੂੰ ਸਮਝ ਆਉਣੀ ਹੈ। ਜਿਵੇਂ ਦੇਖੋ ਪੰਜਾਬੀ ਵਿੱਚ ਇੱਕ ਜਾਨਵਰ ਵਾਸਤੇ ਕੁੱਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਅੰਗਰੇਜ਼ੀ ਭਾਸ਼ਾ ਵਿੱਚ ਇਸੇ ਸੰਕਲਪ ਨੂੰ ਪੇਸ਼ ਕਰਨ, ਇਸੇ ਹੀ ਮਤਲਬ ਰੂਪ ਨੂੰ, ਇਸੇ ਸ਼ਬਦ ਨੂੰ ਪੇਸ਼ ਕਰਨ ਲਈ ਡੌਗ ਸ਼ਬਦ ਵਰਤਿਆ ਜਾਂਦਾ, ਠੀਕ ਹੈ ਬੱਚੇ। ਦੇਖੋ ਹੁਣ ਪੰਜਾਬੀ ਵਿੱਚ ਤਾਂ ਕੁੱਤਾ ਕਿਹਾ ਜਾਂਦਾ ਆ, ਅਤੇ ਅੰਗਰੇਜ਼ੀ ਵਿੱਚ ਇਹਨੂੰ ਡੌਗ ਕਿਹਾ ਜਾਂਦਾ ਆ। ਇਸ ਲਈ ਬੱਚੇ ਉਹਦੀ ਆਪ ਮੁਹਾਰਾਪਨ, ਜਿਵੇਂ ਉਹ ਕਹਿੰਦੇ ਜੈਸਾ ਦੇਸ ਵੈਸਾ ਭੇਸ, ਉਹ ਵਾਲੀ ਇੱਥੇ ਮਤਲਬ ਉਹ ਕਥਨ ਹੈ ਨਾ, ਬਿਲਕੁਲ ਮੁਹਾਵਰਾ ਟਿੱਪਣੀ ਸੈੱਟ ਬਹਿੰਦੀ ਆ। ਜਿਵੇਂ ਕਿ ਇਹਦਾ ਆਪ ਮੁਹਾਰਾਪਨ ਜਿੱਥੇ ਜਾਂਦਾ ਉਸੇ ਰੂਪ ਵਿੱਚ ਢਲ ਜਾਂਦਾ ਆ ਬੱਚੇ। ਇਹਦਾ ਨਿਸ਼ਚਿਤ ਰੂਪ ਨਹੀਂ ਹੁੰਦਾ, ਠੀਕ ਹੈ, ਪਰਿਵਰਤਨਸ਼ੀਲ ਹੁੰਦਾ, ਅਤੇ ਪਰਿਵਰਤਨੀ ਲਿਖਿਆ ਹੋਇਆ ਨਾ। ਜਿਵੇਂ ਇੱਥੇ ਹੋਰ ਵੀ ਇੱਕ ਐਗਜ਼ਾਮਪਲ ਦਿੱਤੀ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਬ੍ਰਾਹਮਣ, ਜਾਇਦਾਦ, ਗਿਆਨੀ ਸ਼ਬਦ ਜੋ ਕਦੇ ਸਨਮਾਨ ਦੇ ਸੂਚਕ ਸਨ, ਅੱਜ ਵੱਖਰੇ ਅਰਥ ਗ੍ਰਹਿਣ ਕਰ ਗਏ ਨੇ। ਦੇਖੋ ਬੱਚੇ ਅੱਗੇ ਹੈ ਨਾ, ਜਦੋਂ ਆਪਾਂ ਕਹਿੰਦੇ ਸੀ ਬ੍ਰਾਹਮਣ ਜੀ, ਜੈਲਦਾਸ ਹੈ ਨਾ, ਭਾਈ ਜੈਲਦਾਲ, ਗਿਆਨੀ ਜੀ, ਅੱਜ ਕੱਲ੍ਹ ਬੱਚੇ ਹੁਣ ਦੇਖੋ ਅੱਗੇ ਤੋਂ ਸਨਮਾਨ ਕੀਤਾ ਜਾਂਦਾ ਸੀ ਕਿ ਜਿਹੜਾ ਕੋਈ ਵਧੀਆ ਪੜ੍ਹਿਆ ਲਿਖਿਆ ਹੁੰਦਾ ਸੀ ਉਹਨੂੰ ਗਿਆਨੀ ਕਿਹਾ ਜਾਂਦਾ ਸੀ। ਬ੍ਰਾਹਮਣ ਮਤਲਬ ਜਿਹੜੇ ਪੂਜਾ ਪਾਠ ਕਰਦੇ ਹੁੰਦੇ ਸੀ। ਜੈਲਦਾਰ ਜਿਹੜੀ ਜੋ ਹੈ ਨਾ, ਮਤਲਬ ਬੱਚੇ ਹਰ ਮਤਲਬ ਤਿੰਨਾਂ ਰੂਪਾਂ ਨੂੰ ਬੜਾ ਹੀ ਸਤਿਕਾਰ ਦਿੱਤਾ ਜਾਂਦਾ ਸੀ। ਪਰ ਹੁਣ ਆਪਾਂ ਕਹਿ ਦਿੰਦੇ ਹਾਂ ਵਾਹ ਵਾਲਾ ਗਿਆਨੀ ਬਣਿਆ ਫਿਰਦਾ ਹੈ ਨਾ, ਆਪਾਂ ਮੋਸਟਲੀ ਕਹਿੰਦੇ ਬਹੁਤ ਗਿਆਨ ਝਾੜਦਾ ਆ। ਅੱਜ ਕੱਲ੍ਹ ਇਹ ਨਾ ਤਿਰਸਕਾਰ ਦੇ ਰੂਪ ਨਾਲ ਦੇਖੇ ਜਾ ਰਹੇ ਨੇ, ਤੁਸੀਂ ਅੱਗੇ ਪੜ੍ਹੋਗੇ ਵੀ ਬੱਚੇ। ਜਿਵੇਂ ਮੈਂ ਤੁਹਾਨੂੰ ਕਹਿ ਕੇ ਹਟੀ ਹਾਂ, ਜੋ ਕਿ ਵਰਤੋਂ ਵਿੱਚ ਵੀ ਇਹਨਾਂ ਸ਼ਬਦਾਂ ਦੇ ਨਾਲ ਸਨਮਾਨ ਦੀ ਨਿਸਬਤ ਤਿਰਸਕਾਰ ਦੀ ਭਾਵਨਾ ਜੁੜਦੀ ਜਾ ਰਹੀ ਹੈ। ਕਹਿੰਦੇ ਸਨਮਾਨ ਦੀ ਥਾਂ ਨਿਸਬਤ ਦੀ ਥਾਂ, ਮਤਲਬ ਕਿ ਉਹਦੀ ਥਾਂ 'ਤੇ ਹੁਣ ਉਹਦੇ ਵਿੱਚ ਤਿਰਸਕਾਰ ਕੀ ਆ? ਮਤਲਬ ਬੇਇੱਜ਼ਤੀ ਕਰਨ ਦੀ ਭਾਵਨਾ ਜੁੜਦੀ ਜਾ ਰਹੀ ਹੈ। ਜਿਵੇਂ ਮੈਂ ਤੁਹਾਨੂੰ ਕਹਿ ਕੇ ਹਟੀ ਹਾਂ, ਜੇ ਕੋਈ ਗਿਆਨ ਦੀ ਗੱਲ ਕਰਦਾ ਜਾਂ ਆਪਣਾ
ਰਾਏ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਕਹਿੰਦੇ ਬੜਾ ਗਿਆਨੀ ਬਣਿਆ ਫਿਰਦਾ ਹੈ, ਬੜਾ ਗਿਆਨ ਝਾੜਦਾ ਹੈ ਹੈ ਨਾ। ਇਹਨਾਂ ਉਦਾਹਰਨਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਚਿੰਨਕ ਅਤੇ ਚਿੰਤਨ ਦੇ ਵਿੱਚ ਕੋਈ ਸਥਾਪਿਤ ਸਾਂਝ ਨਹੀਂ। ਸਥਾਪਿਤ ਕੀ ਹੁੰਦੀ ਹੈ? ਨਿਸ਼ਚਿਤ, ਜਿਹੜਾ ਕਿ ਫਿਕਸਡ ਦੀ ਸਾਂਝ ਹੈਗੀ। ਇਹ ਸਮੇਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਭਾਸ਼ਾ ਕਈ ਹੋਰ ਭਾਸ਼ਾਵਾਂ 'ਚ ਵੀ ਹੈ ਨਾ ਬਦਲਦੀ ਰਹਿੰਦੀ ਆ, ਪਰੰਤੂ ਕਈ ਪਰਿਸਥਿਤੀਆਂ ਵਿੱਚ ਅੰਤਰਗਤ ਚਿੰਨਕ ਅਤੇ ਚਿੰਤਨ ਦੇ ਸੰਬੰਧਾਂ ਦੀ ਆਪ ਮੁਹਾਰਤਾ ਨੂੰ ਵੀ ਘਟਾਇਆ ਜਾਂਦਾ। ਹੁਣ ਦੇਖੋ ਬੱਚੇ, ਇਹਦੀ ਮੁੱਢਲੀ ਕੀ ਸੀ? ਇਹਦੀ ਵਿਸ਼ੇਸ਼ਤਾ ਆਪ ਮੁਹਾਰਤਾ ਸੀ, ਮੁਹਾਰਾਪਨ ਸੀ। ਠੀਕ ਹੈ ਬੱਚੇ, ਹੁਣ ਇਹ ਵੀ ਕਹਿੰਦੇ ਘਟਦੇ ਜਾ ਰਿਹਾ। ਕਿਵੇਂ ਘਟਦਾ ਜਾ ਰਿਹਾ? ਦੋ ਤਰੀਕਿਆਂ ਨਾਲ ਘਟਦੇ ਜਾ ਰਿਹਾ ਆ। ਧੁਨੀ ਅਨੁਕਰਨ ਦੀ ਜੁਗਤ ਰਾਹੀਂ ਤੇ ਸੱਭਿਆਚਾਰਕ ਹਵਾਲਿਆਂ ਰਾਹੀਂ। ਧੁਨੀ ਕੀ ਹੁੰਦੀ ਹੈ? ਸਾਊਂਡ। ਅਨੁਕਰਨ ਕੀ ਹੁੰਦਾ ਆ? ਨਕਲ। ਦੀ ਜੁਗਤ ਕੀ ਹੁੰਦਾ? ਤਰੀਕਾ। ਠੀਕ ਹੈ ਬੱਚੇ, ਸਮਝ ਗਏ ਤੁਸੀਂ? ਸਾਊਂਡ ਕਾਪੀ ਕਰਨ ਦਾ ਤਰੀਕੇ ਰਾਹੀਂ ਵੀ ਹੋ ਸਕਦਾ ਹੈ ਤੇ ਸੱਭਿਆਚਾਰਕ ਹਵਾਲਿਆਂ ਰਾਹੀਂ ਵੀ ਹੁੰਦਾ। ਸੱਭਿਆਚਾਰ ਕੀ ਹੁੰਦਾ? ਸਮਾਜ, ਸੁਸਾਇਟੀ, ਕਲਚਰ। ਠੀਕ ਹੈ, ਹਵਾਲੇ ਕੀ ਹੁੰਦਾ? ਰੈਫਰੈਂਸ। ਬੱਚੇ ਦੇਖੋ, ਹੁਣ ਆਪਾਂ ਪਹਿਲਾਂ ਕੀ ਕਰਾਂਗੇ? ਧੁਨੀ ਅਨੁਕਰਨ ਜਾਂ ਸਰੀਰਕ ਸੰਕੇਤਾਂ ਦੀ ਵਰਤੋਂ ਦੁਆਰਾ। ਧੁਨੀ ਕੀ ਹੁੰਦੀ ਆ? ਸਾਊਂਡ। ਹੁਣ ਬੱਚੇ ਆਪਾਂ ਪਹਿਲਾਂ ਸਾਊਂਡ ਦੀ ਗੱਲ ਕਰਦੇ ਹਾਂ, ਅਨੁਕਰਨ ਦੀ ਆਪਾਂ ਨਕਲ ਦੀ ਬਾਅਦ 'ਚੋਂ ਗੱਲ ਕਰਦੇ ਹਾਂ। ਠੀਕ ਹੈ ਬੱਚੇ, ਦੇਖੋ ਇੱਥੇ ਲਿਖਿਆ ਹੋਇਆ ਆ ਕਿ ਕਿਸੇ ਖਾਸ ਸੰਦਰਭ ਵਿੱਚ ਸੰਕਲਪ ਅਤੇ ਸੰਕਲਪ ਦੇ ਵਾਹਕ। ਬੱਚੇ ਤਾਂ ਕਨਫਿਊਜ਼ ਨਹੀਂ ਤੁਸੀਂ ਹੋਣਾ। ਸੰਕਲਪ ਕੀ ਹੈ? ਸੂਚਨਾ। ਸੰਕਲਪ ਦੇ ਵਾਹਕ ਕੀ ਹੋ ਗਿਆ? ਵਾਹਕ ਹੋ ਗਿਆ, ਸੂਚਨਾ ਦਾ ਵਾਹਕ। ਠੀਕ ਹੈ ਬੱਚੇ, ਤੇ ਸੰਕਲਪ ਲਿਖਿਆ ਤੇ ਸੰਕਲਪ ਦੇ ਵਾਹਕ ਤੁਸੀਂ ਬਿਲਕੁਲ ਨਹੀਂ ਕਨਫਿਊਜ਼ ਹੋਣਾ। ਦਰਮਿਆਨ ਕੀ ਹੁੰਦਾ? ਇੱਕ ਦੂਜੇ ਦੇ ਵਿਚਕਾਰ ਇੱਕ ਖਾਸ ਪ੍ਰਕਾਰ ਦੀ ਸਾਂਝ ਸਥਾਪਿਤ ਹੋ ਜਾਂਦੀ ਹੈ। ਕਹਿੰਦੇ ਕੀ ਕਿਹਾ ਹੋਇਆ ਆ? ਧੁਨੀ ਅਨੁਕਰਨਤਾ ਤੇ ਸਰੀਰਕ ਸੰਕੇਤਾਂ ਦੀ ਵਰਤੋਂ ਦੁਆਰਾ ਕਿਸੇ ਖਾਸ ਸੰਦਰਭ ਵਿੱਚ ਸੰਕਲਪ, ਸੂਚਨਾ ਅਤੇ ਸੂਚਨਾ ਦੇ ਵਾਹਕ ਵਿੱਚ ਵਿਚਕਾਰ, ਦਰਮਿਆਨ ਦਾ ਕੀ ਹੁੰਦਾ? ਵਿਚਕਾਰ ਇੱਕ ਖਾਸ ਪ੍ਰਕਾਰ ਦੀ ਸੰਬੰਧ, ਸਾਂਝ ਕੀ ਹੁੰਦੀ? ਸੰਬੰਧ ਸਥਾਪਿਤ ਹੋ ਜਾਂਦੇ ਆ। ਜਿਵੇਂ ਕਿ ਦੇਖੋ, ਕੋਇਲ ਕਹਿੰਦੀ ਆ ਕੁਕੂ ਤੇ ਕਾਂ ਕੀ ਕਹਿੰਦਾ? ਕਾਂ ਕਾਂ। ਤੇ ਪੰਛੀਆਂ ਦੇ ਹੈ ਨਾ, ਇਹਨਾਂ ਦੀ ਸਾਊਂਡ ਤੋਂ, ਇਹਨਾਂ ਦੀ ਆਵਾਜ਼ ਤੋਂ ਇਹਨਾਂ ਦਾ ਨਾਮ ਪਿਆ ਆ। ਕੋਇਲ ਕੁਕੂ ਕਹਿੰਦੇ ਆ ਤੇ ਹੈ ਨਾ ਕਾਂ ਨੂੰ ਕੀ ਕਹਿੰਦੇ ਆ? ਕਰੋ। ਇਹ ਬੱਚੇ ਹੁਣ ਧੁਨੀ ਅਨੁਕਰਨ ਹੈ ਨਾ, ਧੁਨੀ ਦੀ ਗੱਲ ਹੋ ਗਈ। ਹੁਣ ਆਪਾਂ ਕਿਹਦੀ ਗੱਲ ਕਰਨੀ? ਅਨੁਕਰਨ ਦੀ। ਅਨੁਕਰਨ ਕੀ ਹੁੰਦਾ? ਨਕਲ ਕਰਨਾ ਸਰੀਰਕ ਸੰਕੇਤਾਂ ਰਾਹੀਂ। ਇਸੇ ਤਰ੍ਹਾਂ ਇੰਨਾ, ਦਿਸ ਮਚ, ਉਨਾ, ਡੈਟ ਮਚ। ਮਤਲਬ ਜਦੋਂ ਆਪਾਂ ਕੋਈ ਗੱਲ ਕਹਿੰਦੇ ਹਾਂ, ਇੰਨੀ ਕੁ ਚੀਜ਼ ਸੀ, ਉਨਾ ਕੁ ਚੀਜ਼ ਸੀ, ਹੈ ਨਾ, ਉਨਾ ਕੁ ਉਹ, ਇੰਨੀ ਕੁ ਚੀਜ਼। ਉਹਲੇ ਆਪਾਂ ਕੀ ਕਰਦੇ ਹਾਂ? ਸੰਕੇਤ ਕਰਦੇ, ਹੱਥਾਂ ਨਾਲ ਆਪਾਂ ਮੂਵਮੈਂਟ ਕਰਦੇ, ਹੱਥਾਂ ਨੂੰ ਸੰਕੇਤ ਕਰਕੇ ਹੱਥ ਨਾਲ ਦੱਸਦੇ ਹਾਂ ਇੰਨਾ ਕੁ, ਹੈ ਨਾ, ਅਤੇ ਉਨਾ ਕੁ। ਜਿੰਨੀ ਦੇਰ ਤੱਕ ਸਰੀਰਕ ਸੰਕੇਤ ਦੁਆਰਾ ਮਿਕਦਾਰ ਨੂੰ ਸਪਸ਼ਟ ਨਾ ਕਰਿਆ ਜਾਵੇ ਤਾਂ ਇਸ ਤਰ੍ਹਾਂ ਉਹ ਤਾਂ ਮਤਲਬ ਆਪਾਂ ਨੂੰ ਕਲੀਅਰ ਨਹੀਂ ਹੁੰਦਾ, ਸਾਫ਼ ਸਮਝ ਨਹੀਂ ਆਉਂਦੀ ਕਿ ਕਿਵੇਂ, ਕਿੰਨੀ, ਇੰਨਾ ਕੁ ਕਿੰਨਾ ਹੁੰਦਾ ਅਤੇ ਉਨਾ ਕੁ ਕਿੰਨਾ ਹੁੰਦਾ ਨਾ। ਦਿਸ ਮਚ, ਡੈਟ ਮਚ ਕਿੰਨਾ ਹੋਵੇਗਾ। ਠੀਕ ਹੈ, ਇਸੇ ਤਰ੍ਹਾਂ ਮੱਥੇ 'ਤੇ ਤਿਊੜੀ ਪਾਉਣਾ ਘਬਰਾਹਟ ਜਾਂ ਨਾਰਾਜ਼ਗੀ ਦਾ ਸੰਕੇਤ ਹੁੰਦਾ। ਕਈ ਵੇਲੇ ਆਪਾਂ ਨੂੰ ਘਰ ਦੇ ਕੋਈ ਸ਼ਰਾਰਤ ਕਰਦਾ ਬੱਚਾ ਅਤੇ ਆਪਾਂ ਨੂੰ ਡਾਂਟ ਕੇ ਕਹਿ ਦਿੰਦੇ ਨਾ, ਮਤਲਬ ਡਾਂਟ ਕੇ ਨਹੀਂ ਸੱਚ ਕਹਿ ਪਾਉਂਦੇ, ਕੋਈ ਬੈਠਾ ਹੋਵੇ, ਆਇਆ ਗਿਆ ਹੋਵੇ ਅਤੇ ਆਪਾਂ ਹੈ ਨਾ ਸ਼ਰਾਰਤ ਕਰਦੇ ਰਹਿੰਦੇ ਹਾਂ ਅਤੇ ਆਪਣੇ ਪੇਰੈਂਟਸ ਨਾ ਅੱਖਾਂ ਦੀ ਘੂਰੀ ਵੱਟਦੇ ਹੁੰਦੇ ਆ। ਜਦ ਤਿਊੜੀ ਪਾ ਲੈਂਦੇ ਅਤੇ ਆਪਾਂ ਸਮਝ ਲੈਂਦੇ ਹੁਣ ਆਪਣੇ ਕੁੱਟ ਪੈਣ ਵਾਲੇ ਚਾਂਸਿਸ ਹੋ ਗਏ ਆ, ਹੈ ਨਾ। ਇਵੇਂ ਬੱਚੇ ਹੈ ਨਾ, ਇਹ ਸੰਕੇਤ ਵੀ ਸਾਨੂੰ ਹੈ ਨਾ ਇੱਕ ਜਿਹੜੇ ਸਰੀਰਕ ਸੰਕੇਤ ਹੋ ਗਏ, ਧੁਨੀ ਹੋ ਗਈ ਆ, ਧੁਨੀ ਦੇ ਅਨੁਕਰਨਤਾ ਹੋ ਗਈ, ਇਹ ਸਾਨੂੰ ਕੀ ਦਿੰਦੇ ਆ? ਮੈਸੇਜ। ਮੈਸੇਜ ਇਹਨਾਂ ਦੁਆਰਾ ਮਿਲਦਾ, ਪਰ ਇਹ ਕੀ ਬਣਦੇ ਆ? ਸੂਚਨਾ ਦੇ ਵਾਹਕ ਬਣਦੇ ਆ। ਸੰਕਲਪ ਅਤੇ ਸੰਕਲਪ ਦੇ ਵਾਹਕ ਬਣਦੇ ਨੇ। ਠੀਕ ਹੈ ਬੱਚੇ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਰਿਹਾ ਹੈ ਬੱਚੇ। ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਹੈ ਨਾ, ਧੁਨੀ ਅਨੁਕਰਨ ਅਤੇ ਸੱਭਿਆਚਾਰਿਕ ਹਵਾਲਿਆਂ ਰਾਹੀਂ ਹੈ ਨਾ ਭਾਸ਼ਾਈ ਚਿੰਨ੍ਹ ਵਿੱਚ। ਹੁਣ ਬੱਚੇ ਜਿਹੜਾ ਸੱਭਿਆਚਾਰਿਕ ਹਵਾਲਿਆਂ ਰਾਹੀਂ ਜਿਹੜਾ ਸੀ, ਉਹਦੇ ਵਿੱਚ ਆਪਾਂ ਸੱਭਿਆਚਾਰਿਕ ਚਿੰਨ੍ਹ ਲਿਖ ਸਕਦੇ ਹਾਂ। ਉਹੀ ਸੱਭਿਆਚਾਰਿਕ ਚਿੰਨ੍ਹ ਨੂੰ ਹੀ ਭਾਸ਼ਾਈ ਚਿੰਨ੍ਹ ਦੇ ਵਿੱਚ ਇੱਕ ਉਹਦਾ ਪੱਖ ਬਣਾ ਕੇ ਪੇਸ਼ ਕੀਤਾ ਗਿਆ ਆ। ਇਹਨੂੰ ਵੀ ਸੇਮ ਹੀ ਆ ਇਹ, ਆਪਾਂ ਜੇ ਲਿਖ ਦਾਂਗੇ, ਮਤਲਬ ਜਦੋਂ ਆਪਾਂ ਕੁਐਸਚਨ ਅਟੈਂਪਟ 'ਚ ਭਾਸ਼ਾਈ ਚਿੰਨ੍ਹ ਲਿਖਿਆ ਹੋਇਆ ਅਤੇ ਸੱਭਿਆਚਾਰਿਕ ਨਹੀਂ ਚਿੰਨ੍ਹ ਪੁੱਛਿਆ ਗਿਆ ਤਾਂ ਤੁਸੀਂ ਇਕੱਠਾ ਲਿਖ ਸਕਦੇ ਹਾਂ ਕਿ ਇਹ ਧੁਨੀ ਅਨੁਕਰਨ ਵਾਲਾ ਹੋ ਗਿਆ, ਸੱਭਿਆਚਾਰਿਕ। ਜੇ ਨਹੀਂ ਲਿਖਿਆ ਤਾਂ ਤੁਸੀਂ ਤਾਂ ਲਿਖਿਆ ਨਿਯਮਤ ਲਿਖੋ ਅਨੁਸਾਰ ਸੱਭਿਆਚਾਰਿਕ ਚਿੰਨ੍ਹ ਦੇ ਹਵਾਲਿਆਂ ਰਾਹੀਂ ਤੁਸੀਂ ਇਹਨੂੰ ਇਸ ਤਰ੍ਹਾਂ ਪੇਸ਼ ਕਰ ਸਕਦੇ ਹਾਂ ਪੇਪਰ ਦੇ ਵਿੱਚ। ਬੱਚੇ ਹੁਣ ਦੇਖੋ ਆਪਾਂ ਕਰਦੇ ਹਾਂ ਸੱਭਿਆਚਾਰਿਕ ਚਿੰਨ੍ਹ। ਚਿੰਨ੍ਹਕ ਅਤੇ ਚਿੰਤਨ ਦੀ ਆਪ ਮੁਹਾਰਤਾ ਦੀ ਸਾਰਥਕਤਾ ਇਸੇ ਕਰਕੇ ਹੀ ਵੱਧ ਜਾਂਦੀ ਹੈ ਕਿਉਂਕਿ ਸਿਓਰ ਭਾਸ਼ਾ ਨੂੰ ਸਮਾਜਿਕ ਵਾਤਾਵਰਨ ਵਿੱਚ ਕਾਰਜ ਸ਼੍ਰੇਣੀਆਂ ਦੇ ਨਾਮਕਰਨ ਤੱਕ ਸੀਮਿਤ ਨਹੀਂ ਰੱਖਦਾ। ਬੱਚੇ ਦੇਖੋ ਹੁਣ ਉਹ ਕੀ ਕਹਿ ਰਹੇ ਆ, ਬੜੀ ਗੁੰਝਲਦਾਰ ਗੱਲ ਆ, ਬਟ ਆਪਾਂ ਨੂੰ ਸਮਝਣ ਦੀ ਲੋੜ ਆ। ਗੁੰਝਲਦਾਰ ਕੀ ਹੁੰਦਾ? ਕੰਪਲੈਕਸ, ਥੋੜ੍ਹੀ ਘੁਮਾ ਕੇ ਗੱਲ ਕਹੀ ਗਈ ਆ। ਜਿਹੜਾ ਤੁਸੀਂ ਉਹਨੇ ਆਪਣੇ ਨਾ ਭਾਸ਼ਾਈ ਮਾਡਲ ਵਿੱਚ ਗੱਲ ਬੜੀ ਉਹਨੇ ਵਧੀਆ ਕੀਤੀ ਆ, ਪਰ ਉਹਨੂੰ ਥੋੜ੍ਹੀ ਘੁਮਾ ਕੇ ਗੁੰਝਲਦਾਰ ਤਰੀਕੇ ਨਾਲ ਕੀਤੀ ਹੈ ਕਿ ਜਿਹੜੇ ਬੱਚੇ ਨੂੰ ਸਮਝ ਨਹੀਂ ਆਉਂਦੀ ਅਤੇ ਉਹ ਬੱਚੇ ਨੂੰ ਲੱਗਦਾ ਰਹਿੰਦਾ ਬੜਾ ਔਖਾ ਆ। ਪਰ ਮੈਨੂੰ ਇਹ ਟੋਪਿਕ ਬੜਾ ਇੰਟਰਸਟਿੰਗ ਲੱਗਦਾ ਆ। ਬੱਚੇ ਚਲੋ ਦੇਖੋ ਹੁਣ ਕੀ ਉਹਨਾਂ ਨੇ ਕਿਹਾ, ਚਿੰਨ੍ਹਕ ਅਤੇ ਚਿੰਨ੍ਹ ਦੀ ਆਪ ਮੁਹਾਰਤਾ ਦੀ ਸਾਰਥਕਤਾ ਕੀ ਹੁੰਦੀ ਹੈ? ਮਤਲਬ ਉਹਦੇ ਵਿੱਚ ਅਪਰੂਵਲ ਜਿਹੜੀ ਹੁੰਦੀ ਆ ਉਹ
ਇਸ ਕਰਕੇ ਵੱਧ ਜਾਂਦੀ ਹੈ ਕਿਉਂਕਿ ਸੋਸਿਓ ਨੇ ਭਾਸ਼ਾ ਨੂੰ ਸਮਾਜਿਕ ਵਾਤਾਵਰਨ ਵਿੱਚ ਕਾਰਜਸ਼ੀਲ ਸ਼੍ਰੇਣੀਆਂ ਦੇ ਨਾਮਕਰਨ ਤੱਕ ਨਹੀਂ ਸੀਮਿਤ ਰੱਖਿਆ। ਉਹਨੇ ਬੱਚੇ ਕੀ ਕਿਹਾ ਕਿ ਭਾਸ਼ਾ ਨੂੰ ਨਾ ਜਿਹੜੀ ਆ ਉਹਨੇ ਸਮਾਜਿਕ ਜਿਹੜਾ ਵਾਤਾਵਰਨ ਹੁੰਦਾ, ਜਿਹੜਾ ਸਾਡਾ ਆਲਾ ਦੁਆਲਾ ਵਾਤਾਵਰਨ ਆ, ਉਹਨੂੰ ਕਾਰਜਸ਼ੀਲ ਸ਼੍ਰੇਣੀਆਂ ਜਿਹੜੀਆਂ ਹੁੰਦੀਆਂ, ਕਲਾਸਿਸ ਹੁੰਦੀਆਂ ਜਿਹੜੀ ਨਾ, ਉਹਨਾਂ ਦੀ ਨਾਮਕਰਨ ਤੱਕ ਨਹੀਂ ਉਹਨੇ ਵੰਡਣ ਕੀਤਾ ਕਿ ਆਹ ਜਾਨਵਰ ਆ, ਪੰਛੀ ਆ, ਇਹਦੇ ਨਾਮਕਰਨ। ਔਰ ਬੱਚੇ ਇਹ ਨਾ ਨਾਮ ਦੇਣ ਵਾਲੀ ਭਾਸ਼ਾ ਨਾਮ ਦੇਣ ਵਾਲੀ ਨਹੀਂ ਹੈਗੀ। ਇਹ ਭਾਸ਼ਾ ਦੀ ਵਰਤੋਂ ਸਮਾਜਿਕ ਮਾਹੌਲ ਵਿੱਚ ਮੌਜੂਦ ਸ਼੍ਰੇਣੀਆਂ ਨੂੰ ਨਾਮ ਪ੍ਰਦਾਨ ਤੱਕ ਸੀਮਿਤ ਨਹੀਂ ਹੈ, ਸਗੋਂ ਹਰ ਸ਼੍ਰੇਣੀ ਵਿੱਚ ਆਪਣੀ ਪੇਸ਼ਕਾਰੀ ਖੁਦ ਕਰਦੀ ਹੈ। ਜਿਵੇਂ ਕਿ ਬੱਚੇ ਇੱਥੇ ਆਪਾਂ ਐਗਜ਼ਾਮਪਲ ਲਈ ਸੀ ਡੋਗ ਦੀ। ਪੰਜਾਬੀ ਵਿੱਚ ਉਹਨੂੰ ਕੁੱਤਾ ਕਿਹਾ ਜਾਂਦਾ ਹੈ ਤਾਂ ਅੰਗਰੇਜ਼ੀ ਵਿੱਚ ਉਹਨੂੰ ਡੌਗ ਕਿਹਾ ਜਾਂਦਾ, ਕਿਉਂਕਿ ਜੇ ਤਾਂ ਬੱਚੇ ਸਾਰੀ ਭਾਸ਼ਾ 'ਚ ਸੇਮ ਹੁੰਦੇ, ਸ਼ਬਦ ਸੇਮ ਉਹਦੇ ਅਰਥ ਹੁੰਦੇ ਤੇ ਭਾਸ਼ਾ ਸਿੱਖਣ ਦਾ ਮਤਲਬ ਇੰਨੀ ਮੁਸ਼ਕਿਲ ਆਉਣੀ ਹੀ ਨਹੀਂ ਸੀ। ਬੱਚੇ ਹਰ ਭਾਸ਼ਾ ਵਿੱਚ ਆਪਣਾ ਆਪਣਾ ਇਹ ਜਿਹੜਾ ਰੂਪ ਵੱਖ ਵੱਖ ਆਪਣਾ ਰੋਲ ਵੱਖਰਾ ਵੱਖਰਾ ਨਾ ਨਿਭਾਉਂਦੀ ਆ। ਇਸ ਲਈ ਭਾਸ਼ਾ ਜਿਹੜੀ ਸੋਸਿਓ ਦੀ ਭਾਸ਼ਾਈ ਜਿਹੜਾ ਮੋਡਲ ਆ ਉਹਨੂੰ ਤਾਂ ਇੰਨੀ ਮਹੱਤਤਾ ਪ੍ਰਾਪਤ ਆ ਕਿਉਂਕਿ ਉਹਨੇ ਇਹ ਕਿਹਾ ਕਿ ਨਾਮਕਰਨ ਲਈ ਨਹੀਂ ਭਾਸ਼ਾ ਹੈਗੀ, ਠੀਕ ਹੈ, ਮਤਲਬ ਸਮਾਜ ਵਿੱਚ ਨਾ ਕਿ ਕਲਾਸਿਸ ਨੂੰ ਸ਼੍ਰੇਣੀਆਂ ਨੂੰ ਨਾਮ ਦੇਣ ਲਈ ਬਸ ਰੱਖੀ ਗਈ ਆ। ਠੀਕ ਹੈ ਬੱਚੇ। ਡੈਡੀ ਦਾ ਤੇ ਜੀ ਫੁੱਫੜਾ ਭੂਆ ਮਤਲਬ ਪਾਪਾ ਦੀ ਭੈਣ ਦਾ ਹੈ ਨਾ ਘਰ ਵਾਲਾ ਆ, ਸਭ ਨਾਲ ਵੱਖਰਾ ਵੱਖਰਾ ਰਿਸ਼ਤਾ ਪੇਸ਼ ਹੁੰਦਾ, ਪਰ ਅੰਕਲ ਕਹਿਣ ਨਾਲ ਉਹ ਜਿਹੜੇ ਰਿਸ਼ਤੇ ਆ ਉਹ ਪੇਸ਼ ਨਹੀਂ ਹੁੰਦੇ। ਅੰਕਲ ਦਾ ਬਸ ਇੱਕੋ ਸ਼ਬਦ ਸਭ ਲਈ ਯੂਜ਼ ਕਰਨਾ, ਜਦ ਕਿ ਪੰਜਾਬੀ ਵਿੱਚ ਵੱਖਰੇ ਵੱਖਰੇ ਸ਼ਬਦ ਯੂਜ਼ ਕੀਤੇ ਜਾਂਦੇ ਨੇ, ਹੈ ਨਾ, ਰਿਸ਼ਤੇਦਾਰੀ ਨੂੰ ਪੇਸ਼ ਕਰਨ ਦੇ। ਸੋਸਿਓ ਵੀ ਇਹੀ ਕਹਿਣਾ ਚਾਹੁੰਦਾ ਹੈ ਕਿ ਅੰਕਲ ਜਿਹੜਾ ਆ ਚਿੰਨਕ ਆ, ਇੱਥੇ ਚਿੰਨਕ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਕਿ ਸੂਚਨਾ ਦੇ ਰਿਹਾ। ਜਿਵੇਂ ਕਿ ਸਾਨੂੰ ਪਤਾ ਲੱਗਦਾ ਕਿ ਚਾਚਾ ਕੀ ਆ, ਇਹ ਵੀ ਚਿੰਨਕ ਆ, ਇਹ ਪੰਜਾਬੀ ਭਾਸ਼ਾ ਦਾ ਚਿੰਨਕ ਆ ਤੇ ਅੰਕਲ ਅੰਗਰੇਜ਼ੀ ਸ਼ਬਦ ਦਾ ਚਿੰਨਕ ਆ। ਠੀਕ ਆ ਬੱਚੇ। ਹੁਣ ਸੋਸਿਓ ਕੀ ਕਹਿ ਰਿਹਾ ਉਹ ਵੀ ਸਮਝਣਾ ਸਾਡਾ ਜ਼ਰੂਰੀ ਆ। ਆਮ ਭਾਸ਼ਾ ਵਿੱਚ ਆਪਾਂ ਸਮਝ ਚੁੱਕੇ ਹਾਂ, ਪਹਿਲਾਂ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ, ਹੁਣ ਸੋਸਿਓ ਕੀ ਕਹਿਣਾ ਚਾਹੁੰਦਾ ਇਹ ਸਮਝਣਾ ਵੀ ਬਹੁਤ ਜ਼ਰੂਰੀ ਆ। ਜਿਵੇਂ ਉਹਨੇ ਕਿਹਾ ਵੀ ਪਹਿਲਾਂ ਦੇਖੋ ਬੱਚੇ ਲਿਖਿਆ ਹੋਇਆ ਨਾ ਕਿ ਦੂਜੀ ਭਾਸ਼ਾ ਦੇ ਚਿੰਨਕਾਂ ਵਿੱਚ ਤਬਦੀਲ ਕਰਕੇ ਭਾਸ਼ਾ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ। ਮਤਲਬ ਪੰਜਾਬੀ ਭਾਸ਼ਾ ਵਿੱਚ ਚਾਚਾ ਕੀ ਆ, ਤਾਇਆ ਕੀ ਆ, ਫੁੱਫੜ ਕੀ ਆ, ਚਿੰਨਕ ਆ, ਮਤਲਬ ਕੀ ਆ, ਵਾਹਕ ਆ, ਸੂਚਨਾ ਦਾ ਵਾਹਕ ਆ। ਪਤਾ ਲੱਗਦਾ ਪਿਆ ਨਾ ਸਾਨੂੰ ਚਾਚਾ ਕੌਣ ਆ, ਡੈਡੀ ਦਾ ਛੋਟਾ ਭਰਾ। ਹੁਣ ਅੰਗਰੇਜ਼ੀ ਦਾ ਚਿੰਨਕ ਕੀ ਹੈ, ਅੰਕਲ, ਉਹਦੇ ਵਿੱਚ ਆਪਾਂ ਕੀ ਪਤਾ ਲੱਗਦਾ, ਅੰਕਲ ਕੋਈ ਵੀ ਹੋ ਸਕਦਾ ਆ, ਠੀਕ ਨਹੀਂ, ਆਪਾਂ ਅੰਕਲ ਤਾਂ ਹਰ ਕਿਸੇ ਨੂੰ ਕਹਿ ਸਕਦੇ ਹਾਂ। ਇਹੀ ਉਹ ਕਹਿ ਰਿਹਾ ਕਿ ਇੱਕ ਜਿਹੜਾ ਭਾਸ਼ਾ ਦੀ ਆ ਉਹਦੇ ਵਿੱਚ ਜਿਹੜਾ ਚਿੰਨਕ ਉਹ ਦੂਜੀ ਭਾਸ਼ਾ ਦਾ ਚਿੰਨਕ ਬਣ ਕੇ ਉਹ ਅਰਥ ਨਹੀਂ ਸਾਨੂੰ ਦੱਸ ਸਕਦਾ ਜੋ ਸਾਡੀ ਭਾਸ਼ਾ ਮਤਲਬ ਇੱਕ ਭਾਸ਼ਾ ਦਾ ਜੋ ਅਰਥ ਆ, ਭਾਸ਼ਾ ਦੇ ਸ਼ਬਦ ਦਾ ਅਰਥ ਆ ਜੋ ਉਹ ਦੂਜੀ ਭਾਸ਼ਾ ਵਿੱਚ ਨਹੀਂ ਹੋ ਸਕਦਾ। ਸਰਲ ਤੇ ਸਪਸ਼ਟ ਕਹਿ ਸਕਦੇ ਇੱਕ ਭਾਸ਼ਾ ਦਾ ਵਾਹਕ ਦੂਜੀ ਭਾਸ਼ਾ ਦਾ ਵਾਹਕ ਨਹੀਂ ਬਣ ਸਕਦਾ। ਬੱਚੇ ਤੁਸੀਂ ਹੁਣ ਵੀ ਇਹੀ ਪੜ੍ਹੋਗੇ ਜੋ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕੀ ਹਾਂ। ਇਸ ਦਾ ਬੁਨਿਆਦੀ ਕਾਰਨ ਇਹ ਹੈ ਕਿ ਸਮਾਜਿਕ ਅਤੇ ਸੱਭਿਆਚਾਰਕ ਦਾ ਅਰਥ ਸਦਭਾਵਨਾਵਾਂ ਚਾਚਾ ਤਾਇਆ ਸ਼ਬਦ ਨਾਲ ਜੁੜੀਆਂ ਹੋਈਆਂ ਹਨ, ਉਹ ਸ਼ਾਇਦ ਅੰਕਲ ਨਾਲ ਨਾ ਹੋਣ। ਉਹੀ ਜੋ ਮੈਂ ਕਹਿ ਚੁੱਕੀ ਹਾਂ, ਜੋ ਚਾਚਾ ਤਾਏ ਨਾਲ ਸਾਨੂੰ ਹੈ ਨਾ ਪਤਾ ਲੱਗਦਾ ਪਿਆ ਰਿਸ਼ਤੇਦਾਰੀ ਦਾ, ਉਹ ਸਾਨੂੰ ਅੰਕਲ ਨਾਲ ਨਹੀਂ ਪਤਾ ਲੱਗ ਰਿਹਾ। ਪੰਜਾਬੀ ਵਿੱਚ ਚਾਚਾ ਤਾਇਆ ਸ਼ਬਦ ਸਮਾਜਿਕ ਰਿਸ਼ਤੇ ਨੂੰ ਸਾਕਾਰ ਕਰਦੇ ਹਨ, ਜਦ ਕਿ ਅੰਗਰੇਜ਼ੀ ਸ਼ਬਦ ਸੰਬੋਧਨੀ ਸ਼ਬਦ ਨੂੰ ਹੀ ਸਾਕਾਰ ਕਰਦਾ ਹੈ। ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਪੰਜਾਬੀ ਵਿੱਚ ਜਿਹੜਾ ਹੈਗਾ ਆ ਉਹਦਾ ਜਿਹੜਾ ਵਾਹਕ ਆ ਚਿੰਨਕ ਆ, ਤਾਇਆ ਚਾਚਾ ਕੀ ਆ, ਸਮਾਜਿਕ ਰਿਸ਼ਤਿਆਂ ਨੂੰ ਦੱਸਦਾ ਪਿਆ। ਚਾਚਾ ਕੀ ਆ, ਡੈਡੀ ਦਾ ਛੋਟਾ ਭਰਾ, ਤਾਇਆ ਕੀ ਆ, ਵੱਡਾ ਭਰਾ। ਠੀਕ ਆ ਬੱਚੇ। ਇਹ ਸਮਾਜਿਕ ਰਿਸ਼ਤਿਆਂ ਨੂੰ ਸਾਕਾਰ ਕਰ ਜਦ ਕਿ ਇਹ ਕਿ ਅੰਕਲ ਕੀ ਸੰਬੋਧਨੀ ਮੈਂ ਸਿਰਫ ਇੱਕ ਅੰਕਲ ਕਹਿ ਕੇ ਇੱਕ ਮਤਲਬ ਆਪਾਂ ਨੋਰਮਲੀ ਸੰਬੋਧਨ ਕਰਦਾ ਹੁੰਦਾ ਨਾ, ਬੁਲਾਉਣ ਦਾ ਰਿਸ਼ਤਾ ਰਹਿ ਜਾਂਦਾ, ਸਿਰਫ ਬੁਲਾਉਣ ਦੇ ਸੰਬੰਧ ਹੀ ਰਹਿ ਕੇ ਹੀ ਰਹਿ ਜਾਂਦਾ ਆ। ਉਪਰੋਕਤ ਚਾਚਾ ਰਾਹੀਂ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਕਿ ਸੋਸਿਓ ਭਾਸ਼ਾਈ ਚਿੰਨ੍ਹਾਂ ਦੀ ਆਪ ਮੁਹਾਰਤਾ ਨੂੰ ਤਰਜੀਹ ਦਿੰਦਾ ਹੈ। ਆਪ ਮੁਹਾਰਤਾ ਦਾ ਭਾਵ ਚਿੰਨਕ ਅਤੇ ਚਿੰਤਕ ਦੀ ਪਰਸਪਰ ਸਾਂਝ ਕਿ ਇੱਕ ਦੂਜੇ ਨਾਲ ਜਿਹੜੀ ਉਹਦਾ ਸੰਬੰਧ ਆ ਕਿ ਆਪ ਮੁਹਾਰਤਾ ਹੀ ਨਹੀਂ ਸਗੋਂ ਉਹਨਾਂ ਜਿਹੜੇ ਆਪਸੀ ਜਿਹੜੇ ਸੰਬੰਧ ਆ ਉਹ ਆਪ ਮੁਹਾਰਾਪਨ ਨਹੀਂ ਹੈਗਾ ਉਹਨਾਂ ਵਿੱਚ, ਸਗੋਂ ਚਿੰਨਕ ਅਤੇ ਚਿੰਨਤ ਆਪਣੇ ਆਪ ਵਿੱਚ ਵੀ ਆਪ ਮੁਹਾਰੇ ਹਨ। ਭਾਵ ਕਿ ਕਈ ਵੇਲੇ ਜਿਹੜੇ ਉਹਨਾਂ ਦੇ ਨਾ ਮਤਲਬ ਸੰਬੰਧ ਵਿੱਚ ਵੀ ਚੇਂਜ ਪਰਿਵਰਤਨ ਆ ਜਾਂਦੇ ਆ, ਪਰ ਕਈ ਵੇਲੇ ਉਹ ਇੰਡੀਵਿਜੂਅਲ ਵੀ ਮਤਲਬ ਵਿਅਕਤੀਗਤ ਰੂਪ ਵਿੱਚ ਵੀ ਉਹਨਾਂ ਵਿੱਚ ਚੇਂਜਿਸ ਆ ਸਕਦੇ ਆ ਸਮੇਂ ਦੇ ਹਿਸਾਬ ਨਾਲ ਦੂਜੀ ਭਾਸ਼ਾ ਵਿੱਚ ਵੀ। ਠੀਕ ਹੈ ਬੱਚੇ। ਹੁਣ ਆਪਣਾ ਜਿਹੜਾ ਤੀਸਰਾ ਵਰਗੀਕਰਨ ਸੀ ਚਿੰਨ੍ਹ ਦਾ ਉਹ ਸੀ ਸਾਹਿਤਕ ਚਿੰਨ੍ਹ। ਹੁਣ ਆਪਾਂ ਇਸ ਬਾਰੇ ਡਿਸਕਸ਼ਨ ਕਰਾਂਗੇ। ਸਾਹਿਤਕ ਚਿੰਨ੍ਹ ਭਾਸ਼ਕ ਚਿੰਨ੍ਹ ਅਤੇ ਸੱਭਿਆਚਾਰਿਕ ਚਿੰਨ੍ਹ ਦਾ ਸੁਮੇਲ ਹੈ। ਕਹਿੰਦੇ ਜਿਹੜਾ ਇਹ ਸਾਹਿਤਕ ਚਿੰਨ੍ਹ ਆ ਭਾਸ਼ਾ ਅਤੇ ਸੱਭਿਆਚਾਰਿਕ ਚਿੰਨ੍ਹਾਂ ਦਾ ਸੁਮੇਲ ਆ, ਇਹ ਦੋਨਾਂ ਤੋਂ ਬਣ ਕੇ ਹੀ ਹੋਂਦ ਵਿੱਚ ਆਇਆ ਆ। ਠੀਕ ਆ ਬੱਚੇ। ਇਹ ਦੋਨਾਂ ਨੂੰ ਇਕੱਠੇ ਲੈ ਕੇ ਤੀਜਾ ਰੂਪ ਤੇ ਮਤਲਬ ਇਹ ਦੋਨਾਂ ਇੱਕ ਮਤਲਬ ਭਾਸ਼ਾ ਦਾ ਵੀ ਰੂਪ ਲੈਂਦਾ ਹੈ, ਭਾਸ਼ਕ ਚਿੰਨ੍ਹ ਦਾ ਵੀ, ਸੱਭਿਆਚਾਰਿਕ ਦੇ ਵਿੱਚੋਂ ਵੀ, ਇਹ ਦੋਨਾਂ ਵਿੱਚੋਂ ਨਿਕਲ ਕੇ ਆਉਂਦਾ ਹੈ ਤਾਂ ਤੇਰੀ ਹੋਂਦ ਬਣਦੀ ਹੈ। ਠੀਕ ਹੈ ਬੱਚੇ। ਇਹ ਵਿਸ਼ੇਸ਼ ਰੂਪ ਵਿੱਚ ਕਿਸੇ ਸਮਾਜਿਕ ਰਾਜਨੀਤਿਕ ਅਤੇ ਵਿਚਾਰਕ
ਵਿਚਾਰਧਾਰਕ ਨੈਤਿਕਤਾ ਆਦਿ ਨੂੰ ਪ੍ਰਗਟਾਉਂਦੇ ਹਨ। ਬੱਚੇ ਕੀ ਲਿਖਿਆ ਹੋਇਆ ਹੈ, ਸਮਾਜ ਨੂੰ ਇਹ ਦੱਸਦੇ ਆ। ਜਿਹੜੇ ਸਮਾਜਿਕ ਹਾਲਾਤ ਆ, ਰਾਜਨੀਤਿਕ ਹਾਲਾਤ ਆ, ਵਿਚਾਰਧਾਰਾ ਨੂੰ ਪੇਸ਼ ਕਰਦੇ ਆ, ਨੈਤਿਕਤਾ ਨੂੰ, ਮੋਰਲਸ ਵੈਲਿਊ ਨੂੰ ਪੇਸ਼ ਕਰਦੇ ਨੇ। ਠੀਕ ਨਹੀਂ ਬੱਚੇ। ਇਸ ਵਿੱਚ ਸਾਹਿਤਕਾਰ ਦੀ ਰਚਨਾ ਦ੍ਰਿਸ਼ਟੀ, ਵਿਚਾਰਧਾਰਾ ਅਤੇ ਜੀਵਨ ਦ੍ਰਿਸ਼ਟੀ ਨੂੰ ਸੰਮਿਲਿਤ ਹੁੰਦੀ ਹੈ। ਬੱਚੇ ਦੇਖੋ ਇਹਦੇ ਵਿੱਚ ਕੀ ਲਿਖਿਆ, ਜਿਹੜੇ ਸਾਹਿਤਕ ਚਿੰਨ੍ਹ ਹੁੰਦੇ ਆ, ਜਿਵੇਂ ਕਿ ਕੋਈ ਆਪਾਂ ਲਿਖਦੇ ਹਾਂ ਬੱਚੇ, ਤਾਜ ਮਹਿਲ ਜਿਹੜੀ ਹੈਗੀ ਆ ਨਾ ਕਵਿਤਾ ਨਾ ਬੱਚੇ, ਉਹਦੇ ਵਿੱਚ ਲਿਖਿਆ ਹੋਇਆ ਨਾ ਕਿਵੇਂ ਤਾਜ ਮਹਿਲ ਬਣਿਆ ਨਾ, ਕਿੰਨੇ ਲੋਕਾਂ ਦੀ ਜਾਨਾਂ ਗਈਆਂ, ਕਿਉਂਕਿ ਖੂਬਸੂਰਤ ਆ। ਉੱਤੋਂ ਉਹਦੇ ਸਮਾਜ ਦਾ ਦੱਸਿਆ ਗਿਆ ਕਿ ਕਿਵੇਂ ਹੁੰਦੀ ਸੀ, ਰਾਜਨੀਤਿਕ ਦੱਸੀ ਗਈ ਕਿਵੇਂ ਜ਼ੁਲਮ ਕਰ ਰਿਹਾ ਸੀ ਮੁਗਲ ਬਾਦਸ਼ਾਹ। ਠੀਕ ਹੈ ਬੱਚੇ। ਵਿਚਾਰਧਾਰਾ ਉਹਨੇ ਰਾਈਟਰ ਦੀ ਆਈ ਹੋਈ ਆ, ਕਵੀ ਦੀ ਆਈ ਹੋਈ ਆ, ਕਿ ਕਿਵੇਂ ਉਹ ਖੂਬਸੂਰਤੀ ਦੇ ਪਿੱਛੇ ਇੱਕ ਦੁੱਖ ਹੈ ਨਾ ਦੁਖਾਂਤ ਨੂੰ ਦਿਖਾ ਰਿਹਾ, ਸੱਚ ਨੂੰ ਦਿਖਾ ਰਿਹਾ ਆ। ਜਿਵੇਂ ਕਿ ਇੱਕ ਭਾਈ ਵੀਰ ਸਿੰਘ ਦੀ ਕਵਿਤਾ ਆ, ਜਿਵੇਂ ਉਹ ਕਹਿੰਦੇ ਨਹੀਂ ਵੀ ਤੂੰ ਮੇਰਾ ਰਾਖਾ, ਉਹਦੇ ਵਿੱਚ ਉਹ ਭਗਵਾਨ ਜੀ ਨੂੰ ਦੱਸਦੇ ਆ ਕਿ ਮੰਦਰ ਮਸਜਿਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਅਤੇ ਉਹ ਕਹਿੰਦੇ ਕਿ ਮੈਂ ਰੱਬ ਦਾ ਰਾਖਾ ਹਾਂ। ਬਟ ਉਹ ਭੁੱਲ ਬੈਠਾ ਕਿ ਜਿਹਨੇ ਦੁਨੀਆ ਬਣਾਈ ਆ ਉਹ ਤੂੰ ਤਾਂ ਉਸ ਰੱਬ ਦੁਆਰਾ ਬਣਾਇਆ ਗਿਆ ਆ, ਤੂੰ ਆਪਣੇ ਆਪ ਨੂੰ ਹੈ ਨਾ ਰੱਬ ਦਾ ਰਾਖਾ ਦੱਸ ਰਿਹਾ ਹੈ। ਇਹ ਜਿਹੜੀ ਕਵਿਤਾ ਵਿੱਚ ਜਿਹੜੇ ਲਏ ਗਏ ਹੁੰਦੇ ਆ, ਕਈ ਵਿਸ਼ਾ ਲਿਆ ਜਾਂਦਾ ਹੈ ਕਿ ਇਸ ਵਿਸ਼ੇ 'ਤੇ ਰਾਜਨੀਤਿਕ ਹੋ ਗਿਆ, ਸਮਾਜਿਕ ਹੋ ਗਿਆ, ਸਮਾਜਿਕ ਵਿੱਚ ਭਰੂਣ ਹੱਤਿਆ ਹੋ ਗਈ ਹੈ ਵਿੱਚ ਜੋ ਸਮਾਜ ਵਿੱਚ ਆਲੇ ਦੁਆਲੇ ਹੋ ਰਹੀਆਂ ਆ, ਉਹ ਜਿਹੜੇ ਸਾਹਿਤਕ ਚਿੰਨ੍ਹ ਹੁੰਦੇ ਆ, ਇੱਕ ਉਹਦੇ ਕਵਿਤਾ ਦੇ ਪਿੱਛੇ ਇੱਕ ਲਿਖਣ ਦਾ ਕਾਰਨ ਹੁੰਦਾ ਹੈ ਨਾ, ਕਿ ਕਿਸਾਨਾਂ ਪ੍ਰਤੀ ਜਿਹੜੀ ਲਿਖੀ ਜਾਂਦੀ ਹੈ ਕਿ ਕਿਸਾਨ ਕਿਵੇਂ ਹੈ ਨਾ ਦੁੱਖ ਸਹਿੰਦਾ ਆ, ਉਹਨੂੰ ਫਿਰ ਵੀ ਹੈ ਨਾ ਅੰਨ ਉਹ ਕਰਦਾ ਆ। ਪੰਜਾਬ ਨੂੰ ਅੰਨ ਭੰਡਾਰ ਕਿਹਾ ਜਾਂਦਾ ਹੈ ਨਾ, ਕਿਵੇਂ ਬੱਚੇ ਕਿਵੇਂ ਕਿਸਾਨ ਆਪਣੀ ਸਾਰੀ ਜ਼ਿੰਦਗੀ ਖੇਤਾਂ ਵਿੱਚ ਹੈ ਨਾ ਗੁਜ਼ਾਰ ਦਿੰਦਾ ਆ, ਫਿਰ ਵੀ ਵਿਚਾਰੇ ਨਾਲ ਬੜੀ ਧੱਕੇ ਹੁੰਦੇ ਆ। ਇਹ ਸਾਰਾ ਕੁਛ ਜੋ ਵੀ ਲਿਖਿਆ ਜਾਂਦਾ ਨਾ ਕਵਿਤਾ ਵਿੱਚ, ਜਿਹੜੇ ਚਿੰਨ੍ਹਾਂ ਰਾਹੀਂ ਪੇਸ਼ ਕੀਤਾ ਜਾਂਦਾ ਆ, ਉਹਨੂੰ ਕੀ ਕਿਹਾ ਜਾਂਦਾ, ਸਾਹਿਤਕ ਚਿੰਨ੍ਹ। ਇਹਦੇ ਵਿੱਚ ਬੱਚੇ ਕਵੀ ਆਪਣੇ ਸਮਾਜ ਨੂੰ ਵੀ ਲੈਂਦੇ ਆ, ਰਾਜਨੀਤਿਕ ਜਿਹੜਾ ਹੁੰਦਾ ਮਾਹੌਲ ਉਹਨੂੰ ਵੀ ਲੈਂਦੇ ਆ, ਵਿਚਾਰਧਾਰਾ ਨੂੰ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਕਈ ਬੜੀ ਪ੍ਰਗਤੀਵਾਦੀ ਹੁੰਦੀ ਆ, ਜਿਵੇਂ ਆਪਾਂ ਪੜ੍ਹਿਆ ਹੀ ਆ, ਸੋਝਵਾਦ, ਜੁਝਾਰਵਾਦ, ਠੀਕ ਹੈ ਨਾ, ਰੋਮਾਂਸਵਾਦ, ਇਹ ਕਿਹੜੀ ਵਿਚਾਰਧਾਰਾ ਹੈ। ਠੀਕ ਹੈ। ਨੈਤਿਕਤਾ, ਮੋਰਲ ਵੈਲਿਊਜ਼ ਵੀ ਕਈ ਲਿਖੀਆਂ ਹੁੰਦੀਆਂ ਨਾ ਕਵਿਤਾ ਵਿੱਚ, ਇਹ ਪੇਸ਼ ਕਰਨ ਉਹਨੂੰ ਕੀ ਕਹਿੰਦੇ ਆ, ਸਾਹਿਤਕ ਚਿੰਨ੍ਹ। ਬੱਚੋ ਮੈਂ ਉਮੀਦ ਕਰਦੀ ਹਾਂ ਤੁਸੀਂ ਸੁਸਿਓਰ ਦੇ ਭਾਸ਼ਾਈ ਮਾਡਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹੋਵੋਗੇ। ਬੱਚੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।